एक ओंकार। परमात्मा एक है और उसका कोई भी आकार नहीं है। सतनाम। उसका नाम सच है। करता पुरख। ਉਹ ਰਚਨਹਾਰ ਸਰਵ ਵਿਆਪਕ ਹੈ। ਨਿਰਭਉ ਨਿਰਵੈਰ। ਉਸ ਪਰਮਾਤਮਾ ਨੂੰ ਨਾ ਕਿਸੇ ਦਾ ਡਰ ਹੈ ਅਤੇ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਅਕਾਲ ਮੂਰਤ। ਉਹ ਅਮਰ ਸਰੂਪ ਹੈ। ਅਜੂਨੀ। ਉਹ ਜੂਨਾਂ ਵਿੱਚ ਨਹੀਂ ਆਉਂਦਾ। ਸੈਬ। ਉਸ ਦਾ ਪ੍ਰਕਾਸ਼ ਆਪਣੇ ਆਪ ਤੇ ਹੀ ਹੋਇਆ ਹੈ। ਗੁਰਪ੍ਰਸਾਦ। ਉਹ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਜਪ। ਇਸ ਬਾਣੀ ਦਾ ਨਾਮ ਜਪ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪਰਮਾਤਮਾ ਸ਼ੁਰੂ 'ਚ ਵੀ ਸੱਚ ਸੀ, ਜੁਗਾਂ ਤੋਂ ਵੀ ਸੱਚ ਹੈ ਅਤੇ ਹੁਣ ਵੀ ਸੱਚ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਸਦਾ ਹੀ ਸੱਚ ਰਹੇਗਾ। ਸੋਚੀ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜੇ ਅਸੀਂ ਲੱਖ ਵਾਰ ਵੀ ਇਸ ਸਰੀਰ ਨੂੰ ਨਹਾ ਨਹਾ ਕੇ ਸੁੱਚਾ ਰੱਖੀਏ, ਇਸ ਤਰ੍ਹਾਂ ਨਹਾਉਣ ਨਾਲ ਮਨ ਦੀ ਸੁਚਮਤਾ ਪ੍ਰਾਪਤ ਨਹੀਂ ਹੋ ਸਕਦੀ। ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਭਾਵੇਂ ਬੰਦਾ ਚੁੱਪ ਰਹਿ ਕੇ ਲਗਾਤਾਰ ਧਿਆਨ ਅੰਦਰ ਲੀਨ ਰਹੇ ਤਾਂ ਵੀ ਉਸਨੂੰ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ। ਭੁੱਖਿਆਂ ਦੀ ਭੁੱਖ ਨਹੀਂ ਲੈਂਦੀ ਭਾਵੇਂ ਕਿੰਨੀਆਂ ਵੀ ਪੂਰੀਆਂ ਦੇ ਪਦਾਰਥ ਜੋੜ ਲਈਏ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਨਸਾਨ ਕੋ ਚਾਹੇ ਲੱਖ ਅਕਲਮੰਦੀਆਂ ਹੋਣ ਪਰ ਉਸਦੇ ਨਾਲ ਇੱਕ ਵੀ ਨਹੀਂ ਜਾਂਦੀ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਰ। ਅਸੀਂ ਕਿਸ ਤਰ੍ਹਾਂ ਸੱਚੇ ਹੋਈਏ? ਸਾਡੇ ਤੇ ਰੱਬ ਦੇ ਵਿਚਕਾਰ ਜੋ ਝੂਠ ਦੀ ਕੰਧ ਹੈ ਉਹ ਕਿਵੇਂ ਟੁੱਟ ਸਕਦੀ ਹੈ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਉਹ ਧੁਰ ਦੇ ਲਿਖੇ ਹੋਏ ਫਰਮਾਨ ਦੇ ਮੰਨਣ ਦੁਆਰਾ ਹੀ ਟੁੱਟ ਸਕਦੀ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਉਸ ਦੇ ਹੁਕਮ ਦੇ ਨਾਲ ਹੀ ਸਾਰੇ ਸਰੀਰ ਬਣਦੇ ਹਨ ਅਤੇ ਇਸ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਉਸ ਹੁਕਮ ਦੇ ਫਰਮਾਨ ਨਾਲ ਹੀ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਨਾਲ ਹੀ ਮਾਨ ਪ੍ਰਾਪਤ ਹੁੰਦਾ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ। ਉਸ ਦੇ ਫਰਮਾਨ ਨਾਲ ਹੀ ਪ੍ਰਾਣੀ ਚੰਗੇ ਅਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫਰਮਾਨ ਦੁਆਰਾ ਹੀ ਉਹ ਖੁਸ਼ੀ ਅਤੇ ਗਮੀ ਪਾਉਂਦੇ ਹਨ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਸਾਰਿਆਂ ਨੂੰ ਉਸ ਦੀ ਆਗਿਆ ਦੇ ਨਾਲ ਹੀ ਸਭ ਕੁਝ ਮਿਲਦਾ ਹੈ ਅਤੇ ਉਸ ਦੀ ਆਗਿਆ ਦੇ ਨਾਲ ਹੀ ਉਹ ਆਵਾਗਮਨ ਦੇ ਚੱਕਰ ਵਿੱਚ ਆਉਂਦੇ ਹਨ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਾਰੇ ਹੀ ਉਸ ਦੇ ਹੁਕਮ ਵਿੱਚ ਹਨ, ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਹੇ ਨਾਨਕ, ਜੇ ਤੂੰ ਇਸ ਪ੍ਰਭੂ ਦੇ ਫਰਮਾਨ ਨੂੰ ਸਮਝ ਲਵੇਂ ਤਾਂ ਤੈਨੂੰ ਕੋਈ ਵੀ ਹੰਕਾਰ ਨਾ ਹੋਵੇ। ਗਾਵੇ ਕੋ ਤਾਨ ਹੋਵੇ ਕਿਸੇ ਤਾਨ। ਉਸ ਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਉਸ ਨੂੰ ਗਾਇਨ ਕਰਨ ਦਾ ਕਿਸ ਕੋਲ ਬਲ ਹੈ? ਕਾਵੇ ਕੋ ਦਾਤ ਜਾਣੇ ਨਿਸ਼ਾਨ। ਐਸਾ ਕੌਣ ਹੈ ਜੋ ਉਸ ਦੀਆਂ ਬਖਸ਼ਿਸ਼ਾਂ ਨੂੰ ਆਲਾਪ ਅਤੇ ਉਸ ਦੀ ਨੂਰਾਨੀ ਪ੍ਰਤਾਪ ਨੂੰ ਗਾਉਂਦਾ ਹੈ? ਗਾਵੇ ਕੋ ਗੁਣ ਵਡਿਆਈਆਂ ਚਾਰ। ਐਸਾ ਕੋਈ ਹੀ ਹੈ ਜੋ ਉਸ ਪਰਮਾਤਮਾ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦਾ ਹੈ। ਗਾਵੇ ਕੋ ਵਿਦਿਆ ਵਿਕਮ ਵਿਚਾਰ। ਕੋਈ ਵਿਦਿਆ ਦੁਆਰਾ ਉਸ ਦੇ ਓਕੇ ਗਾਨ ਨੂੰ ਗਾਉਂਦਾ ਹੈ। ਗਾਵੇ ਕੋ ਸਾਜ ਕਰੇ ਤਨ ਕੇ। ਕਈ ਇਹ ਗਾਇਨ ਕਰਦੇ ਹਨ ਕਿ ਉਹ ਸਰੀਰ ਨੂੰ ਰਚਦਾ ਹੈ ਅਤੇ ਫਿਰ ਇਸ ਨੂੰ ਹੀ ਮਿੱਟੀ ਵਿੱਚ ਮਿਲਾ ਦਿੰਦਾ ਹੈ। ਗਾਵੇ ਕੋ ਜੀ ਲੈ ਫਿਰਦੇ। ਕਈ ਇਹ ਗਾਇਨ ਕਰਦੇ ਹਨ ਕਿ ਉਹ ਪ੍ਰਾਣ ਲੈ ਲੈਂਦਾ ਹੈ ਅਤੇ ਮੁੜ ਵਾਪਿਸ ਦੇ ਦਿੰਦਾ ਹੈ। ਗਾਵੇ ਕੋ ਜਾਪੇ ਦਿਸੇ ਦੂਰ। ਕਈ ਗਾਇਨ ਕਰਦੇ ਹਨ ਕਿ ਪਰਮਾਤਮਾ ਬਹੁਤ ਹੀ ਦੂਰ ਹੈ। ਗਾਵੇ ਕੋ ਵੇਖੇ ਹਾਦਰਾ ਹਦੂਰ। ਕੋਈ ਗਾਇਨ ਕਰਦੇ ਹਨ ਕਿ ਉਹ ਹਾਜ਼ਰ ਨਾਜ਼ਰ ਵੇਖਦਾ ਹੈ। ਕਥਨਾ ਕਥੀ ਨਾ ਆਵੇ ਤੋਟ। ਉਸ ਪਰਮਾਤਮਾ ਦੇ ਗੁਣਾਂ ਦਾ ਬਿਆਨ ਆਖਦਿਆਂ ਵੀ ਮੁੱਕਦਾ ਨਹੀਂ। ਕਥ ਕਥ ਕਥੀ ਕੋਟਿ ਕੋਟ ਕੋਟ। ਕਰੋੜਾਂ ਲੋਕਾਂ ਨੇ ਆਖ ਦੇ ਫਿਰ ਆਖਿਆ ਹੈ, ਦੇਂਦਾ ਦੇ ਲੈਂਦੇ ਤੱਕ ਪਾਏ। ਉਹ ਦੇਣ ਵਾਲਾ ਦੇ ਹੀ ਜਾ ਰਿਹਾ ਹੈ ਪਰੰਤੂ ਲੈਣ ਵਾਲੇ ਲੈ ਲੈ ਕੇ ਤੱਕ ਜਾਂਦੇ ਹਨ। ਜੁਗਾ ਜੁਗੰਤਰ ਖਾਈ ਖਾਏ। ਸਮੂਹ ਜੁਗਾਂ ਦੇ ਵਿੱਚ ਰਹਿਣ ਵਾਲੇ ਉਸ ਦੇ ਪਦਾਰਥਾਂ ਨੂੰ ਹੀ ਖਾਂਦੇ ਹਨ। ਹੁਕਮੀ ਹੁਕਮ ਚਲਾਏ ਰਾਹ। ਹਾਕਮ ਆਪਣੇ ਹੁਕਮ ਦੁਆਰਾ ਆਦਮੀ ਨੂੰ ਆਪਣੇ ਰਸਤੇ ਉੱਤੇ ਤੋਰਦਾ ਹੈ। ਨਾਨਕ ਵਿਕਸੇ ਬੇਪਰਵਾਹ। ਹੇ ਨਾਨਕ, ਉਹ ਬੇਪਰਵਾਹ ਪਰਮਾਤਮਾ ਸਦਾ ਮੌਜ ਮਾਣਦਾ ਹੈ। ਸਾਚਾ ਸਾਹਿਬ ਸਾਚੀ ਨਾਹੀ ਭਾਕਿਆ ਪੋ ਅਪਾਰ। ਪਰਮਾਤਮਾ ਸੱਚ ਹੈ, ਉਸ ਦਾ ਨਾਮ ਵੀ ਸੱਚ ਹੈ ਅਤੇ ਉਸ ਦੇ ਨਾਮ ਨੂੰ ਬਹੁਤ ਪਿਆਰ ਦੇ ਨਾਲ ਉਚਾਰਨ ਕੀਤਾ ਹੈ। ਆਖੇ ਮੰਗੇ ਦੇਈ ਦੇ ਦਾਤ ਕਰੇ ਦਾਤਾਰ। ਜੀ ਪ੍ਰਾਰਥਨਾ ਕਰਦੇ ਹਨ ਕਿ ਸਾਨੂੰ ਖੈਰ ਪਾ ਅਤੇ ਉਹ ਪਰਮਾਤਮਾ ਸਭ ਨੂੰ ਦਾਤਾ ਬਖਸ਼ਦਾ ਹੈ। ਫਿਰ ਕੀ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਤਾਂ ਉਸ ਅੱਗੇ ਕੀ ਰੱਖਿਆ ਜਾਵੇ ਜਿਸ ਦੁਆਰਾ ਉਸ ਦੀ ਦਰਗਾਹ ਦਾ ਦਰਸ਼ਨ ਹੋ ਜਾਵੇ। ਮੌਕੇ ਬੋਲਣ ਬੋਲੀਏ ਜਿੱਤ ਸੁਣ ਤੇਰੇ ਪਿਆਰ। ਅਸੀਂ ਆਪਣੇ ਮੁੱਖਾਂ ਤੋਂ ਕਿਹੜੇ ਬਚਨ ਉਚਾਰੀਏ ਜਿਨ੍ਹਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰਨ ਲੱਗ ਜਾਵੇ। ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਉਸ ਪਰਮਾਤਮਾ ਦੇ ਗੁਣਾਂ ਨੂੰ ਧਿਆਨ ਕਰ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਚੰਗੇ ਕਰਮਾਂ ਦੁਆਰਾ ਹੀ ਇਹ ਦੇਹ ਰੂਪੀ ਪੋਸ਼ਾਕ ਪ੍ਰਾਪਤ ਹੁੰਦੀ ਹੈ ਅਤੇ ਉਸੇ ਪਰਮਾਤਮਾ ਦੀ ਦਇਆ ਦੇ ਨਾਲ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ। ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਬਸ ਇਹ ਸਮਝ ਲਓ ਕਿ ਹੇ ਨਾਨਕ, ਕਿ ਪਰਮਾਤਮਾ ਹੀ ਆਪਣੇ ਆਪ ਸਭ ਕੁਝ ਕਰਦਾ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹ ਕਿਸੇ ਤੋਂ ਬਣਾਇਆ ਨਹੀਂ ਜਾਂਦਾ ਅਤੇ ਨਾ ਹੀ ਕਿਧਰੇ ਟਿਕਾਇਆ ਜਾ ਸਕਦਾ ਹੈ। ਆਪੇ ਆਪ ਨਿਰੰਜਨ ਸੋਏ। ਉਹ ਪਵਿੱਤਰ ਪਰਮਾਤਮਾ ਸਾਰਾ ਕੁਝ ਆਪ ਹੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਵੀ ਇਨਸਾਨ ਨੇ ਉਸ ਪਰਮਾਤਮਾ ਦੀ ਸੇਵਾ ਤੇ ਪੂਜਾ ਕੀਤੀ ਉਸ ਨੂੰ ਵਡਿਆਈਆਂ ਪ੍ਰਾਪਤ ਹੋਈਆਂ। ਨਾਨਕ ਗਾਵੀਏ ਗੁਣੀ ਨਿਦਾਨ। ਹੇ ਨਾਨਕ, ਉਸ ਦੀ ਸਿਫਤ ਦੇ ਖਜ਼ਾਨੇ ਦੇ ਗੁਣ ਗਾਇਆ ਕਰ। ਗਾਵੀਏ ਸੁਣੀਏ ਮਨ ਰੱਖਿਆ ਪਾਓ। ਪਰਮਾਤਮਾ ਦੀ ਪ੍ਰੀਤ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਉਸ ਦੀ ਕੀਰਤੀ ਦਾ ਗਾਇਨ ਕਰ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਤਰ੍ਹਾਂ ਤੇਰੀ ਹਰ ਤਕਲੀਫ ਦੂਰ ਹੋ ਜਾਵੇਗੀ ਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ। ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ। ਗੁਰਬਾਣੀ ਇੱਕ ਪਰਮਾਤਮਾ ਦਾ ਕਲਾਮ ਹੈ। ਗੁਰਬਾਣੀ ਦਾ ਗਿਆਨ ਅਤੇ ਗੁਰਬਾਣੀ ਰਾਹੀਂ ਹੀ ਪਰਮਾਤਮਾ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾ ਸਕਦਾ ਹੈ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ।
ਗੁਰੂ ਹੀ ਸ਼ਿਵ ਹੈ, ਵਿਸ਼ਨੂੰ ਤੇ ਬ੍ਰਹਮਾ ਹੈ, ਗੁਰੂ ਹੀ ਪਾਰਵਤੀ, ਗੁਰੂ ਹੀ ਲక్ష్ਮੀ ਹੈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਮੈਂ ਰੱਬ ਨੂੰ ਜਾਣ ਵੀ ਲਵਾਂ ਤਾਂ ਵੀ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਚਨਾਂ ਦੁਆਰਾ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬੁਰਾ ਇੱਕ ਦੇ ਬੁਝਾਈ। ਗੁਰੂ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਦਾ ਕੇਵਲ ਇੱਕ ਹੀ ਪਰਮਾਤਮਾ ਹੈ, ਉਹ ਮੈਨੂੰ ਕਦੇ ਵੀ ਨਾ ਭੁੱਲੇ। ਕੀਰਤਨਾਵਾਂ ਜੇ ਤਿਸ ਪਾਵਾਂ, ਬਿਨ ਪਾਣੀ ਕੀ ਨਾਈ ਕਰੀ। ਜੇਕਰ ਮੈਂ ਉਸ ਪਰਮਾਤਮਾ ਨੂੰ ਚੰਗਾ ਲੱਗ ਜਾਵਾਂ ਤਾਂ ਇਹ ਮੇਰਾ ਤੀਰਥ ਅਸਥਾਨ ਦੇ ਇਸ਼ਨਾਨ ਦੇ ਬਰਾਬਰ ਹੈ। ਉਸ ਨੂੰ ਚੰਗਾ ਲੱਗਣ ਦੇ ਬਿਨਾਂ ਇਸ਼ਨਾਨ ਦਾ ਕੀ ਲਾਭ ਹੈ। ਜੇਤੀ ਸਿਸ਼ਟ ਉਪਾਈ ਵੇਖਾਂ, ਬਿਨ ਕਰਮਾਂ ਕੇ ਮਿਲੇ ਲਈ। ਉਸ ਦੇ ਸਾਜੇ ਹੋਏ ਜੀਵਾਂ ਨੂੰ ਜਿਹੜੇ ਮੈਂ ਤੱਕਦਾ ਹਾਂ, ਸ਼ੁਭ ਕਰਮਾਂ ਵਾਜੋਂ ਉਸ ਨੂੰ ਕੀ ਮਿਲਦਾ ਹੈ ਅਤੇ ਉਹ ਕੀ ਲੈਂਦੇ ਹਨ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਨ ਦੇ ਅੰਦਰ ਹੀਰੇ ਜਵਾਹਰ ਤੇ ਲਾਲ ਹਨ, ਜੇਕਰ ਤੂੰ ਗੁਰਾਂ ਦੀ ਇੱਕ ਵੀ ਸਿੱਖਿਆ ਨੂੰ ਸਰਵਣ ਕਰਕੇ ਅਮਲ ਕਰ ਲਵੇਂ। ਗੁਰਾ ਇੱਕ ਦੇ ਬੁਝਾਈ। ਮੇਰੇ ਗੁਰੂ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਵਾਂ ਦਾ ਕੇਵਲ ਇੱਕ ਹੀ ਪਰਮਾਤਮਾ ਹੈ, ਉਹ ਮੈਨੂੰ ਕਦੇ ਵੀ ਨਹੀਂ ਭੁੱਲੇ। ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਭਾਵੇਂ ਇਨਸਾਨ ਦੀ ਉਮਰ 4 ਜੁਗਾਂ ਦੀ ਹੋਵੇ ਜਾਂ ਉਸ ਤੋਂ ਵੀ 10 ਗੁਣਾ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਏ। ਭਾਵੇਂ ਉਹ 9 ਗ੍ਰਹਿਾਂ ਵਿੱਚ ਪ੍ਰਸਿੱਧ ਹੋਵੇ ਅਤੇ ਸਾਰੇ ਗ੍ਰਹਿ ਉਸ ਦੇ ਮਗਰ ਜਾਂ ਉਸ ਦੇ ਨਾਲ ਤੁਰਦੇ ਹੋਣ। ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲੈ। ਭਾਵੇਂ ਉਹ ਸਭ ਤੋਂ ਉੱਤਮ ਨਾਮ ਰਖਵਾ ਲਵੇ ਜਾਂ ਸੰਸਾਰ ਦੇ ਅੰਦਰ ਉਸ ਦੀ ਬਹੁਤ ਸਾਰੀ ਉਪਮਾ ਹੁੰਦੀ ਹੋਵੇ। ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਇੰਨਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਜੇ ਪਰਮਾਤਮਾ ਦੀ ਦ੍ਰਿਸ਼ਟੀ ਦਾ ਉਹ ਪਾਤਰ ਨਹੀਂ ਤਾਂ ਉਸ ਦੀ ਕੋਈ ਵੀ ਪਰਵਾਹ ਨਹੀਂ ਕਰੇਗਾ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸਤ ਰਹੇ। ਐਸੇ ਮਨੁੱਖ ਉੱਪਰ ਨਾਮ ਨੂੰ ਭੁੱਲਣ ਦਾ ਜੁਰਮ ਲਾ ਕੇ ਦੋਸ਼ੀ ਠਹਿਰਾ ਜਾਵੇਗਾ ਤੇ ਉਸ ਨੂੰ ਕੀੜਿਆਂ ਵਿੱਚੋਂ ਵੀ ਨੀਚ ਮਕੌੜਾ ਗਿਣਿਆ ਜਾਵੇਗਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਇਹ ਨਾਨਕ, ਪਰਮਾਤਮਾ ਜਿਨ੍ਹਾਂ ਕੋਲ ਕੋਈ ਗੁਣ ਨਹੀਂ ਹੈ ਉਹਨਾਂ ਨੂੰ ਗੁਣ ਦਿੰਦਾ ਹੈ ਅਤੇ ਜਿਨ੍ਹਾਂ ਕੋਲ ਗੁਣ ਨੇ ਉਹਨਾਂ ਨੂੰ ਹੋਰ ਵੀ ਗੁਣ ਬਖਸ਼ਦਾ ਹੈ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਮੈਂ ਕਿਸੇ ਇਹੋ ਜਿਹੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸ ਨੂੰ ਕੋਈ ਗੁਣ ਦੇ ਸਕੇ। ਸੁਣੀਏ ਸਿੱਧ ਪੀਰ ਸੁਨਾਤ। ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਨਾਲ ਪ੍ਰਾਣੀ ਪੂਰਨ ਪੁਰਸ਼, ਧਾਰਮਿਕ ਆਗੂ, ਰੂਹਾਨੀ ਯੋਧਾ ਅਤੇ ਵੱਡਾ ਯੋਗੀ ਹੋ ਜਾਂਦਾ ਹੈ। ਸੁਣੀਏ ਧਰਤ ਤਵਲ ਆਕਾਸ਼। ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਪ੍ਰਾਣੀ ਨੂੰ ਧਰਤੀ, ਉਸ ਨੂੰ ਧਾਰਨ ਸ਼ਕਤੀ ਤੇ ਆਸਮਾਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਸੁਣੀਏ ਦੀਪ ਲੋ ਪਾਤਾਲ। ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨ ਨਾਲ ਆਦਮੀ ਨੂੰ ਮਹਾਦੀਪਾਂ, ਆਕਾਸ਼ਾਂ ਦੇ ਮੰਡਲਾਂ ਅਤੇ ਧਰਤੀ ਦੇ ਹੇਠਾਂ ਦੀ ਸ੍ਰਿਸ਼ਟੀ ਵੰਡ ਦੇ ਪਾਤਾਲਾਂ ਦੀ ਪੂਰੀ ਸੂਝ ਹੋ ਜਾਂਦੀ ਹੈ। ਸੁਣੀਏ ਪਹੁ ਨ ਸਕੇ ਕਾਲ। ਨਾਮ ਨੂੰ ਸਰਵਣ ਕਰਨ ਨਾਲ ਮੌਤ ਵੀ ਅਸਰ ਨਹੀਂ ਕਰਦੀ। ਨਾਨਕ ਭਗਤਾ ਸਦਾ ਵਿਗਾਸ। ਹੇ ਨਾਨਕ, ਨਾਮ ਵਿੱਚ ਜੁੜਨ ਵਾਲੇ ਭਗਤ ਹਮੇਸ਼ਾ ਆਨੰਦ ਮਾਣਦੇ ਹਨ। ਸੁਣੀਏ ਦੁੱਖ ਪਾਪ ਕਾ ਨਾਸ। ਨਾਮ ਨੂੰ ਜਪਣ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣੀਏ ਈਸ਼ਰ ਬ੍ਰਹਮਾ ਇੰਦ। ਪਰਮਾਤਮਾ ਦੇ ਨਾਮ ਨੂੰ ਸਿਮਰਨ ਕਰਨ ਨਾਲ ਸ਼ਿਵ, ਬ੍ਰਹਮਾ ਤੇ ਇੰਦਰ ਦੀ ਸੋਝੀ ਮਿਲਦੀ ਹੈ। ਸੁਣੀਏ ਮੁਖ ਸਲਾਹਨ ਮੰਦ। ਨਾਮ ਨੂੰ ਜਪਣ ਨਾਲ ਮੰਦਾ ਮਨੁੱਖ ਵੀ ਮੂੰਹੋਂ ਰੱਬ ਨੂੰ ਸਲਾਹਣ ਲੱਗ ਪੈਂਦਾ ਹੈ। ਸੁਣੀਏ ਜੋਗ ਜੁਗਤ ਤਨ ਭੇਦ। ਨਾਮ ਸੁਣਨ ਨਾਲ ਇਨਸਾਨ ਪਰਮਾਤਮਾ ਨਾਲ ਜੁੜ ਜਾਂਦਾ ਹੈ ਅਤੇ ਸਰੀਰਾਂ ਦੇ ਭੇਦ ਨੂੰ ਜਾਣ ਲੈਂਦਾ ਹੈ। ਸੁਣੀਏ ਸਾਸਤ ਸਿਮਰਤ ਵੇਦ। ਨਾਮ ਸੁਣਨ ਨਾਲ ਧਾਰਮਿਕ ਗ੍ਰੰਥਾਂ, ਸ਼ਾਸਤਰਾਂ ਅਤੇ ਵੇਦਾਂ ਦੇ ਗਿਆਨ ਦਾ ਪਤਾ ਚੱਲ ਜਾਂਦਾ ਹੈ। ਨਾਨਕ ਭਗਤਾ ਸਦਾ ਵਿਕਾਸ। ਹੇ ਨਾਨਕ, ਨਾਮ ਵਿੱਚ ਜੁੜਨ ਵਾਲੇ ਭਗਤ ਹਮੇਸ਼ਾ ਆਨੰਦ ਮਾਣਦੇ ਹਨ। ਸੁਣੀਏ ਦੁੱਖ ਪਾਪ ਕਾ ਨਾਸ। ਨਾਮ ਜਪਣ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣੀਏ ਸਤ ਸੰਤੋਖ ਗਿਆਨ। ਨਾਮ ਜਪਣ ਨਾਲ ਸੱਚਾਈ ਅਤੇ ਬ੍ਰਹਮ ਵਿਚਾਰ ਪ੍ਰਾਪਤ ਹੋ ਜਾਂਦੇ ਹਨ। ਸੁਣੀਏ 68 ਕਾ ਇਸ਼ਨਾਨ। ਨਾਮ ਜਪਣ ਨਾਲ 18 ਤੀਰਥਾਂ ਉੱਤੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸੁਣੀਏ ਪੜ ਪੜ ਪਾਵੇ ਮਾਨ। ਨਾਮ ਨੂੰ ਸੁਣਨ ਨਾਲ ਅਤੇ ਪੜ੍ਹਨ ਨਾਲ ਆਦਮੀ ਇੱਜ਼ਤ ਪਾਉਂਦਾ ਹੈ। ਸੁਣੀਏ ਲਾਗੇ ਸਹਿਜ ਧਿਆਨ। ਨਾਮ ਨੂੰ ਸੁਣਨ ਨਾਲ ਮਨ ਪੂਰਨ ਅਡੋਲਤਾ ਵਿੱਚ ਟਿਕ ਜਾਂਦਾ ਹੈ। ਨਾਨਕ ਭਗਤਾ ਸਦਾ ਵਿਕਾਸ। ਹੇ ਨਾਨਕ, ਨਾਮ ਵਿੱਚ ਜੁੜਨ ਵਾਲੇ ਭਗਤ ਹਮੇਸ਼ਾ ਆਨੰਦ ਮਾਣਦੇ ਹਨ। ਸੁਣੀਏ ਦੁੱਖ ਪਾਪ ਕਾ ਨਾਸ। ਨਾਮ ਜਪਣ ਨਾਲ ਦੁੱਖਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣੀਏ ਸਰਾ ਗੁਨਾਹ ਕੇ ਗਾ। ਨਾਮ ਜਪਣ ਨਾਲ ਮਨੁੱਖ ਬੇਅੰਤ ਗੁਣਾਂ ਦੀ ਸੂਝ ਵਾਲਾ ਹੋ ਜਾਂਦਾ ਹੈ। ਸੁਣੀਏ ਸ਼ੇਖ ਪੀਰ ਪਾਤਸ਼ਾਹ। ਨਾਮ ਜਪਣ ਨਾਲ ਪਰਮਾਤਮਾ ਮਨੁੱਖ ਨੂੰ ਸ਼ੇਖ, ਪੀਰ ਅਤੇ ਬਾਦਸ਼ਾਹ ਬਣਾ ਦਿੰਦਾ ਹੈ। ਸੁਣੀਏ ਅੰਤੇ ਪਾਵੇ ਰਾਹ। ਨਾਮ ਨੂੰ ਸੁਣਨ ਨਾਲ ਅੰਨਾ ਇਨਸਾਨ ਵੀ ਰਸਤਾ ਲੱਭ ਲੈਂਦਾ ਹੈ। ਸੁਣੀਏ ਹੱਥ ਹੋਵੇ ਅਸਗਾ। ਨਾਮ ਜਪਣ ਨਾਲ ਅਥਾਹ ਸਾਹਿਬ ਦੀ ਥਾਂ ਆ ਜਾਂਦੀ ਹੈ। ਨਾਨਕ ਭਗਤਾ ਸਦਾ ਵਿਕਾਸ। ਹੇ ਨਾਨਕ, ਨਾਮ ਵਿੱਚ ਜੁੜਨ ਵਾਲੇ ਭਗਤ ਹਮੇਸ਼ਾ ਆਨੰਦ ਮਾਣਦੇ ਹਨ। ਸੁਣੀਏ ਦੁੱਖ ਪਾਪ ਕਾ ਨਾਸ। ਨਾਮ ਜਪਣ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਮੰਨੇਗੀ ਕਿਤ ਕਹੀ ਨਾ ਜਾਏ। ਜੋ ਪ੍ਰਾਣੀ ਪਰਮਾਤਮਾ ਦੀ ਗੱਲ ਮੰਨ ਲੈਂਦਾ ਹੈ, ਉਸ ਦੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਕੋ ਕਹੇ ਪਿੱਛੇ ਪਛਤਾਏ। ਜੇ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਮਗਰੋਂ ਪਛਤਾਉਂਦਾ ਹੈ। ਕਾਗਜ਼ ਕਲਮ ਨਾ ਲਿਖਣਹਾਰ। ਕੋਈ ਕਾਗਜ਼, ਲੇਖਣੀ ਤੇ ਲਿਖਾਰੀ ਨਹੀਂ। ਮੰਨੇ ਕਾ ਬਹਿ ਕਰਨ ਵਿਚਾਰ। ਜਿਸ ਨਾਲ ਬੈਠ ਕੇ ਨਾਮ ਮੰਨਣ ਵਾਲੇ ਦੀ ਦਸ਼ਾ ਲਿਖੀ ਜਾਂ ਸੋਚੀ ਵਿਚਾਰੀ ਜਾ ਸਕੇ। ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਇਹੋ ਜਿਹਾ ਪਵਿੱਤਰ ਹੈ, ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਦਿਲੋਂ ਮੰਨੇ, ਇਸ ਨੂੰ ਮੰਨ ਲਵੇ ਤਾਂ ਉਹ ਮਾਇਆ ਰਹਿਤ ਹੋ ਜਾਂਦਾ ਹੈ। ਮੰਨੇ ਸੁਰਤ ਹੋਵੇ ਮਨ ਬੁੱਧ। ਨਾਮ ਨੂੰ ਮੰਨਣ ਨਾਲ ਚਿੱਤ ਦੇ ਅੰਦਰ ਈਸ਼ਵਰੀ ਗਿਆਨ ਜਾਗ ਜਾਂਦਾ ਹੈ। ਮੰਨੇ ਸਗਲ ਭਵਨ ਕੀ ਸੁਧ। ਨਾਮ ਨੂੰ ਮੰਨਣ ਵਾਲੇ ਨੂੰ ਸਾਰੇ ਮੰਡਲਾਂ ਦੀ ਪਹਿਚਾਨ ਹੋ ਜਾਂਦੀ ਹੈ। ਮੰਨੇ ਮੂੰਹ ਛੋਟਾ ਨਾ ਖਾਏ। ਨਾਮ ਨੂੰ ਮੰਨਣ ਵਾਲਾ ਆਪਣੇ ਚਿਹਰੇ ਉੱਤੇ ਸੱਟਾ ਨਹੀਂ ਸਹਾਰਦਾ। ਮੰਨੇ ਜਮ ਕੇ ਸਾਥ ਨਾ ਜਾਏ। ਨਾਮ ਨੂੰ ਮੰਨਣ ਵਾਲੇ ਜੰਮਾਂ ਦੇ ਨਾਲ ਨਹੀਂ ਜਾਂਦੇ। ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਐਸਾ ਹੈ, ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਦਿਲੋਂ ਇਸ ਨੂੰ ਮੰਨ ਲਵੇ ਤਾਂ ਉਹ ਮਾਇਆ ਰਹਿਤ ਹੋ ਜਾਂਦਾ ਹੈ। ਮੰਨੇ ਮਾਰਗ ਠਾਗ ਨਾ ਪਾਏ। ਨਾਮ ਉੱਤੇ ਭਰੋਸਾ ਰੱਖਣ ਵਾਲੇ ਨੂੰ ਰਾਹ ਵਿੱਚ ਰੁਕਾਵਟ ਨਹੀਂ ਆਉਂਦੀ। ਮੰਨੇ ਪਥ ਪ੍ਰਗਟ ਜਾਏ। ਨਾਮ ਉੱਤੇ ਭਰੋਸਾ ਰੱਖਣ ਵਾਲਾ ਇੱਜ਼ਤ ਅਤੇ ਪ੍ਰਸਿੱਧਤਾ ਨਾਲ ਜਾਂਦਾ ਹੈ। ਮੰਨੇ ਮੰਗ ਨਾ ਚੱਲੇ ਪੰਥ। ਨਾਮ ਉੱਤੇ ਭਰੋਸਾ ਰੱਖਣ ਵਾਲਾ ਸੰਸਾਰੀ ਰਾਹਾਂ ਅਤੇ ਕਰਮਕਾਂਡੀ ਧਾਰਮਿਕ ਰਸਤਿਆਂ ਉੱਤੇ ਨਹੀਂ ਤੁਰਦਾ। ਮੰਨੇ ਧਰਮ ਸੇਤੀ ਸੰਬੰਧ। ਨਾਮ ਉੱਤੇ ਭਰੋਸਾ ਰੱਖਣ ਵਾਲੇ ਦਾ ਧਰਮ ਨਾਲ ਪੱਕਾ ਜੋੜ ਹੋ ਜਾਂਦਾ ਹੈ।
ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਇਹੋ ਜਿਹਾ ਹੈ, ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਇਸ ਨੂੰ ਦਿਲੋਂ ਮੰਨ ਲਵੇ ਤਾਂ ਉਹ ਮਾਇਆ ਰਹਿਤ ਹੋ ਜਾਂਦਾ ਹੈ। ਮੰਨੇ ਪਾਵੇ ਮੋਖ ਦੁਆਰ। ਨਾਮ ਨੂੰ ਮੰਨਣ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ। ਮੰਨੇ ਪਰਵਾਰੇ ਸਾਧਾਰ। ਨਾਮ ਨੂੰ ਮੰਨਣ ਵਾਲਾ ਆਪਣੇ ਸਾਖ ਸਹਿਣ ਨੂੰ ਸੁਧਾਰ ਲੈਂਦਾ ਹੈ। ਮੰਨੇ ਤਰੇ ਤਾਰੇ ਗੁਰਸਿੱਖ। ਨਾਮ ਨੂੰ ਮੰਨਣ ਵਾਲਾ ਆਪ ਤਰਦਾ ਹੈ ਅਤੇ ਹੋਰਨਾਂ ਨੂੰ ਵੀ ਤਾਰਦਾ ਹੈ। ਮੰਨੇ ਨਾਨਕ ਪਵੇ ਨਾ ਭਿਖ। ਨਾਮ ਨੂੰ ਮੰਨਣ ਵਾਲਾ ਮੰਗਦਾ ਨਹੀਂ ਫਿਰਦਾ। ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਐਸਾ ਹੈ, ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਦਿਲੋਂ ਇਸ ਨੂੰ ਮੰਨ ਲਵੇ ਤਾਂ ਉਹ ਮਾਇਆ ਰਹਿਤ ਹੋ ਜਾਂਦਾ ਹੈ। ਪੰਜ ਪਰਵਾਨ ਪੰਜ ਪ੍ਰਧਾਨ। ਉੱਤਮ ਜਨ ਮਕਬੂਲ ਹਨ ਤੇ ਮੁਖੀ ਹੀ ਮਹਾਨ ਹਨ। ਪੰਚੇ ਪਾਵੇ ਦਰਗਹਿ ਮਾਨ। ਉੱਤਮ ਜਨ ਸੱਚੇ ਦਰਬਾਰ ਅੰਦਰ ਆਦਰ ਪਾਉਂਦੇ ਹਨ। ਪੰਚੇ ਸੋਹੇ ਦਰ ਰਾਜਾ ਹਨ। ਉੱਤਮ ਜਨ ਸ਼ਾਹੀ ਦਰਬਾਰਾਂ ਅੰਦਰ ਸੁੰਦਰ ਲੱਗਦੇ ਹਨ। ਪੰਚਾਂ ਕਾ ਗੁਰ ਏਕ ਧਿਆਨ। ਉੱਤਮ ਜਨਾਂ ਦੀ ਬਿਰਤੀ ਕੇਵਲ ਗੁਰੂ ਨਾਲ ਹੀ ਜੁੜਦੀ ਹੈ। ਜੇ ਕੋ ਕਹੇ ਕਰੇ ਵਿਚਾਰ। ਜੇ ਕੋਈ ਕਿਤਨਾ ਹੀ ਵਿਚਾਰ ਕਰਕੇ ਕਹਿਣ ਦਾ ਯਤਨ ਕਰੇ, ਕਰਤੇ ਕੇ ਕਰਨੇ ਨਹੀਂ ਸਮਾਰ। ਉਸ ਸਿਰਜਣਹਾਰ ਦੇ ਕੰਮਾਂ ਦੀ ਗਿਣਤੀ ਨਹੀਂ ਹੋ ਸਕਦੀ। ਢੋਲ ਧਰਮ ਦਇਆ ਕਾ ਪੂਤ। ਬਲਦ ਜਿਸ ਨੂੰ ਸੰਸਾਰ ਦਾ ਸਹਾਰਾ ਕਹਿੰਦੇ ਹਨ, ਉਹ ਧਰਮ ਹੀ ਹੈ, ਜੋ ਕਿ ਦਇਆ ਦਾ ਪੁੱਤਰ ਹੈ। ਸੰਤੋਖ ਥਾਪ ਰੱਖਿਆ ਜਿਨਸੂ। ਜਿਸ ਨੇ ਮਰਿਆਦਾ ਨਾਲ ਸੰਤੋਖ ਨੂੰ ਕਾਇਮ ਕੀਤਾ ਹੋਇਆ ਹੈ। ਜੇ ਕੋ ਬੁੱਝੇ ਹੋਵੇ ਸਚਿਆਰ। ਜੇ ਕੋਈ ਇਸ ਨੂੰ ਸਮਝ ਲਵੇ ਤਾਂ ਸੱਚਾ ਹੋ ਸਕਦਾ ਹੈ। ਤਵਲੇ ਉੱਪਰ ਕੀਤਾ ਪਾਰ। ਉਸ ਬਲਦ ਉੱਤੇ ਕਿਤਨਾ ਭਾਰ ਹੋਏਗਾ। ਧਰਤੀ ਹੋਰ ਪਰੇ ਹੋਰ। ਇਸ ਧਰਤੀ ਤੋਂ ਪਰੇ ਹੋਰ ਧਰਤੀ ਹੈ ਅਤੇ ਇਸ ਤਰ੍ਹਾਂ ਹੀ ਹੋਰ ਕਈ ਧਰਤੀਆਂ ਹਨ। ਤਿਸਤੇ ਭਾਰ ਤਲੇ ਕਵਨ ਜੋਰ। ਐਸੀ ਕੌਣ ਸੀ ਸ਼ਕਤੀ ਹੈ ਜੋ ਉਹਨਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਹੈ। ਜੀ ਜਾਤ ਰੰਗਾ ਕੇ ਨਾਮ। ਜੀਵ ਜੋ ਕਈ ਜਾਤਾਂ ਤੇ ਰੰਗਾਂ ਦੇ ਹਨ, ਸਭਨਾ ਲਿਖਿਆ ਗੁੜੀ ਕਲਾਮ। ਉਹਨਾਂ ਸਭਨਾਂ ਦੇ ਮੱਥੇ ਉੱਤੇ ਲੇਖਾ ਇੱਕ ਵਗਦੀ ਕਲਮ ਨੇ ਲਿਖਿਆ ਹੈ। ਇਹ ਲੇਖਾ ਲਿਖ ਜਾਣੇ ਕੋਏ। ਇਹ ਹਿਸਾਬ ਕਿਤਾਬ ਵੇਲੇ ਹੀ ਲਿਖਣਾ ਜਾਣਦੇ ਹਨ। ਲੇਖਾ ਲਿਖਿਆ ਕੇਤਾ ਹੋਏ। ਲੇਖਾ ਪੱਤ ਇਹ ਕਿੱਡਾ ਵੱਡਾ ਹੋਵੇਗਾ। ਕੇਤਾ ਤਾਨ ਸੁਹਾਲਿਆ ਰੂਪ। ਹੇ ਪਰਮਾਤਮਾ, ਤੇਰੀ ਕਿੰਨੀ ਸ਼ਕਤੀ ਅਤੇ ਮਨਮੋਹਣੀ ਸੁੰਦਰਤਾ ਹੈ। ਕੀਤੀ ਦਾਤ ਜਾਣੇ ਕੌਣ ਕੂਤ। ਇਸ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ। ਕੀਤਾ ਪਸਾਓ ਇੱਕੋ ਕਵਾਓ। ਇੱਕੋ ਸ਼ਬਦ ਨਾਲ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਕਰ ਦਿੱਤਾ ਹੈ। ਤਿਸ ਦੇ ਹੋਏ ਲੱਖ ਦਰਿਆਓ। ਇਸ ਦੁਆਰਾ ਰਚਨਾ ਦੇ ਲੱਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ। ਕੁਦਰਤ ਕਵਨ ਕਹਾ ਵਿਚਾਰ। ਤੈਨੂੰ ਜਾਂ ਤੇਰੀ ਸ਼ਕਤੀ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਤਾਕਤ ਨਹੀਂ ਹੈ। ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧ ਭਾਵੇ ਸਾਈਂ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਕੰਮ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਸਰੂਪ ਰਹਿਤ ਪਰਮਾਤਮਾ, ਤੂੰ ਸਦਾ ਤੋਂ ਹੀ ਨਵਾਂ ਨਰੋਇਆ ਹੈ। ਅਸੰਖ ਜਪ ਅਸੰਖ ਪਾਓ। ਤੇਰੇ ਭਜਨ ਅਣਗਿਣਤ ਹਨ ਤੇ ਉਹ ਅਣਗਿਣਤ ਹਨ ਜੋ ਤੇਰੇ ਪ੍ਰੇਮ ਦੇ ਨਾਲ ਭਜਨ ਕਰਦੇ ਹਨ। ਅਸੰਖ ਪੂਜਾ ਅਸੰਖ ਤਪਤਾਓ। ਤੇਰੀ ਪੂਜਾ ਅਤੇ ਤਪ ਕਰਨ ਵਾਲੇ ਅਣਗਿਣਤ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ। ਐਸੇ ਲੋਕ ਵੀ ਅਣਗਿਣਤ ਹਨ ਜੋ ਤੇਰੀ ਧਾਰਮਿਕ ਪੁਸਤਕਾਂ ਅਤੇ ਵੇਦਾਂ ਨੂੰ ਮੂੰਜਬਾਨੀ ਪਾਠ ਕਰਦੇ ਹਨ। ਅਸੰਖ ਜੋਗ ਮਨ ਰਹੇ ਉਦਾਸ। ਅਣਗਿਣਤ ਹਨ ਜੋਗੀ ਚਿੱਤ ਵਿੱਚ ਜੋ ਦੁਨੀਆ ਵੱਲੋਂ ਉਪਰਾਮ ਰਹਿੰਦੇ ਹਨ। ਸੰਖ ਭਗਤ ਗੁਣ ਗਿਆਨ ਵਿਚਾਰ। ਐਸੇ ਅਨੁਰਾਗੀ ਲੋਕ ਵੀ ਅਣਗਿਣਤ ਹਨ ਜੋ ਪ੍ਰਭੂ ਦੀਆਂ ਵਡਿਆਈਆਂ ਅਤੇ ਬੋਧ ਨੂੰ ਸੋਚਦੇ ਸਮਝਦੇ ਹਨ। ਸੰਖ ਸਤੀ ਅਸੰਖ ਦਾਤਾ। ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹਨ ਪੁੰਨਦਾਨ ਕਰਨ ਵਾਲੇ। ਅਸੰਖ ਸੂਰ ਮੂੰਹ ਪਕਸਾਰ। ਐਸੇ ਯੋਧੇ ਵੀ ਅਣਗਿਣਤ ਹਨ ਜੋ ਮੂੰਹ ਉੱਤੇ ਲੋਹੇ ਦੀਆਂ ਸੱਟਾਂ ਨੂੰ ਸਹਾਰਦੇ ਹਨ। ਅਸੰਖ ਮੋਹ ਲਿਵਲਾਏ ਤਾਰ। ਐਸੇ ਰਿਸ਼ੀ ਵੀ ਅਣਗਿਣਤ ਹਨ ਜੋ ਚੁੱਪ ਚੁਪੀਤੇ ਆਪਣੀ ਪ੍ਰੀਤ ਅਤੇ ਬਿਰਤੀ ਪ੍ਰਭੂ ਦੇ ਉੱਤੇ ਕੇਂਦਰਿਤ ਰੱਖਦੇ ਹਨ। ਕੁਦਰਤ ਕਵਨ ਕਹਾ ਵਿਚਾਰ। ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ। ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ। ਤੈਨੂੰ ਜੋ ਚੰਗਾ ਲੱਗਦਾ ਹੈ ਉਹੀ ਕੰਮ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਪਰਮਾਤਮਾ, ਤੂੰ ਸਦੀਵ ਤੋਂ ਹੀ ਨਵਾਂ ਨਰੋਇਆ ਹੈ। ਅਸੰਖ ਮੂਰਖ ਅੰਧਖੋਰ। ਅਣਗਿਣਤ ਮਹਾਨ ਅੰਨੇ ਮੂੜ ਹਨ। ਅਸੰਖ ਚੋਰ ਹਰਾਮਖੋਰ। ਅਣਗਿਣਤ ਹੀ ਤਸਕਰ ਅਤੇ ਹੋਰਨਾਂ ਦਾ ਮਾਰ ਖਾਣ ਵਾਲੇ ਹਨ। ਅਸੰਖ ਅਮਰ ਕਰ ਜਾਏ ਜੋੜ। ਐਸੇ ਵੀ ਅਣਗਿਣਤ ਲੋਕ ਹਨ ਜੋ ਧੱਕੇ ਨਾਲ ਰਾਜ ਕਰਕੇ ਤੁਰ ਜਾਂਦੇ ਹਨ। ਅਸੰਖ ਗਲਵਡ ਹੱਤਿਆ ਕਮਾਏ। ਐਸੇ ਲੋਕ ਵੀ ਅਣਗਿਣਤ ਹਨ ਜੋ ਖੂਨ ਕਰਦੇ ਹਨ। ਅਸੰਖ ਪਾਪੀ ਪਾਪ ਕਰ ਜਾਏ। ਐਸੇ ਵੀ ਅਣਗਿਣਤ ਗੁਨਾਹਗਾਰ ਹਨ ਜੋ ਗੁਨਾਹ ਹੀ ਕਰਦੇ ਜਾਂਦੇ ਹਨ। ਅਸੰਖ ਕੁੜਿਆਰ ਕੂੜੇ ਫਿਰਾਏ। ਐਸੇ ਲੋਕ ਵੀ ਅਣਗਿਣਤ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ। ਅਸੰਖ ਮਲੇਛ ਮਲ ਪਖਾਏ। ਅਣਗਿਣਤ ਹਨ ਐਸੇ ਲੋਕ ਜੋ ਗੰਦਗੀ ਨੂੰ ਆਪਣੇ ਹਾਰ ਵਿੱਚ ਖਾਂਦੇ ਹਨ। ਅਸੰਖ ਨਿੰਦਕ ਸਿਰ ਕਰੇ ਪਾਰ। ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਸਿਰ ਤੇ ਪਾਪਾਂ ਦੇ ਬੋਝ ਚੁੱਕਦੇ ਹਨ। ਨਾਨਕ ਨੀਚ ਕਹੇ ਵਿਚਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਂ ਤਾਂ ਨੀਵਾਂ ਹਾਂ ਜੋ ਇਸ ਦਾ ਵਰਣਨ ਕਰ ਰਿਹਾ ਹਾਂ। ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਕੰਮ ਹੈ। ਤੂੰ ਸਦਾ ਸਲਾਮਤ ਨਿਰੰਕਾਰ। हे ਪਰਮਾਤਮਾ, ਤੂੰ ਸਦਾ ਤੋਂ ਹੀ ਨਵਾਂ ਨਰੋਇਆ ਹੈ। ਅਸੰਖ ਨਾਉ ਅਸੰਖ ਥਾਉ। ਅਣਗਿਣਤ ਹਨ ਤੇਰੇ ਨਾਮ ਅਤੇ ਅਣਗਿਣਤ ਤੇਰੇ ਨਿਵਾਸ ਅਸਥਾਨ ਹਨ। ਅਗਮ ਅਗਮ ਅਸੰਖ ਲੋ। ਅਣਗਿਣਤ ਜਨ ਤੇਰੇ ਮੰਡਲ ਤੇ ਅਪਹੁੰਚ ਹਨ। ਅਸੰਖ ਕਰੇ ਸਿਰ ਪਾਰ ਹੋਏ। ਅਣਗਿਣਤ ਆਖਦਿਆਂ ਹੀ ਸਿਰ ਉੱਤੇ ਭਾਰ ਹੁੰਦਾ ਹੈ। ਅੱਖਰੀ ਨਾਮ ਅੱਖਰੀ ਸਾਲਾ। ਸ਼ਬਦਾਂ ਰਾਹੀਂ ਹੀ ਤੇਰਾ ਨਾਮ ਉਚਾਰਿਆ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ। ਅੱਖਰੀ ਗਿਆਨ ਗੀਤ ਗੁਣ ਗਾ। ਸ਼ਬਦਾਂ ਰਾਹੀਂ ਹੀ ਤੇਰੀ ਗਿਆਤ ਅਤੇ ਤੇਰੀਆਂ ਵਡਿਆਈਆਂ ਦੇ ਗੁਣ ਗਾਏ ਜਾਂਦੇ ਹਨ। ਅੱਖਰੀ ਲਿਖਣ ਬੋਲਣ ਬਾਣ। ਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ। ਅੱਖਰਾਂ ਸਿਰ ਸੰਜੋਗ ਵਿਖਾਨ। ਅੱਖਰਾਂ ਨਾਲ ਪ੍ਰਾਣੀ ਦੇ ਮੱਥੇ ਉੱਤੇ ਉਸ ਦੀ ਕਿਸਮਤ ਬਿਆਨ ਕੀਤੀ ਹੋਈ ਹੈ। ਜਿਨੇ ਲਿਖੇ ਤਿਸ ਸਿਰ ਨਾਹੀ। ਜਿਸ ਨੇ ਸੰਜੋਗ ਦੇ ਅੱਖਰ ਲਿਖੇ ਹਨ ਉਸ ਦੇ ਸੀਸ ਉੱਤੇ ਇਹ ਅੱਖਰ ਨਹੀਂ ਹਨ। ਜੇ ਫਰਮਾਏ ਤਿਵ ਤਿਵ ਪਾਏ। ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ ਉਸੇ ਤਰ੍ਹਾਂ ਹੀ ਇਨਸਾਨ ਹਾਸਿਲ ਕਰਦਾ ਹੈ। ਜੇਤਾ ਕੀਤਾ ਤੇਤਾ ਨਾਉ। ਜਿੰਨੀ ਵੱਡੀ ਤੇਰੀ ਰਚਨਾ ਹੈ ਉਨੀ ਵੱਡੀ ਹੀ ਤੇਰੀ ਕੀਰਤੀ ਹੈ। ਵਿਨ ਆਵੇ ਨਾ ਹੀ ਕੋ ਥਾਉ। ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ। ਕੁਦਰਤ ਕਵਨ ਕਹਾ ਵਿਚਾਰ। ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਤਾਕਤ ਨਹੀਂ ਹੈ। ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਕੰਮ ਹੈ। ਤੂੰ ਸਦਾ ਸਲਾਮਤ ਨਿਰੰਕਾਰ। हे ਪਰਮਾਤਮਾ, ਤੂੰ ਸਦਾ ਤੋਂ ਹੀ ਨਵਾਂ ਨਰੋਇਆ ਹੈ। ਭਰੀਏ ਹਾਥ ਪੈਰ ਤਨ ਦੇ।
ਜੇ ਹੱਥ ਪੈ ਸਰੀਰ ਅਤੇ ਪਿੰਡਾ ਲਿਬੜ ਜਾਣ, ਪਾਣੀ ਧੋਤੇ ਉਤਰ ਸਕੇ, ਪਾਣੀ ਨਾਲ ਧੋਤਿਆਂ ਮਿੱਟੀ ਲੈ ਜਾਂਦੀ ਹੈ। ਮੂਤ ਪ੍ਰੀਤੀ ਕੱਪੜ ਹੋਏ, ਪਿਸ਼ਾਬ ਨਾ ਗੰਦਾ ਹੋਇਆ ਬਸਤਰ, ਦੇ ਸਾਬੁਨ ਲਈਏ ਉਹ ਧੋਏ। ਉਸ ਨੂੰ ਸਾਬਣ ਲਾ ਕੇ ਸਾਫ਼ ਸੁਥਰਾ ਕਰ ਸਕਦੇ ਹਾਂ। ਪਰ ਇਹ ਮਤ ਪਾਪਾ ਕੇ ਸੰਗ, ਗੁਨਾਹ ਦੇ ਨਾਲ ਗੰਦੀ ਹੋਈ ਆਤਮਾ, ਉਹ ਧੋਪੇ ਨਾਵੇਂ ਕੇ ਰੰਗ, ਉਹ ਹਲੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ। ਪੁੰਨੀ ਪਾਪੀ ਆਖਰ ਨਾ ਆਏ, ਕੇਵਲ ਮੂੰਹ ਜ਼ੁਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ। ਕਰ ਕਰ ਕਰਨਾ ਲਿਖ ਲਿਆ ਜਾਏ। ਬਾਰੰਬਾਰ ਕੀਤੇ ਹੋਏ ਕਰਮ ਦਿਲ ਉੱਤੇ ਲਿਖੇ ਜਾਂਦੇ ਹਨ। ਆਪੇ ਬੀਜ ਆਪੇ ਹੀ ਖਾਏ। ਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੱਢਦਾ ਹੈ। ਨਾਨਕ ਹੁਕਮੀ ਆਵੇ ਜਾਏ। ਹੇ ਨਾਨਕ, ਰੱਬ ਦੇ ਹੁਕਮ ਨਾਲ ਇਨਸਾਨ ਆਉਂਦਾ ਤੇ ਜਾਂਦਾ ਹੈ। ਤੀਰਥ ਤਪ ਦਿਆ ਦਾਨ, ਯਾਤਰਾ ਤਪੱਸਿਆ ਰਹਿਮ ਅਤੇ ਖੈਰਾਤ ਦੇਣੀ, ਜੇ ਕੋ ਪਾਵੇ ਤਿਲ ਕਾ ਮਾਨ। ਜੇਕਰ ਪ੍ਰਮਾਤਮਾ ਚਾਹੇ ਤਾਂ ਉਸ ਨੂੰ ਸਨਮਾਨ ਮਿਲਦਾ ਹੈ। ਸੁਣਿਆ ਮੰਨਿਆ ਮਨ ਕੀਤਾ ਪਾਓ, ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਤੇ ਪ੍ਰੀਤ ਕਰਦਾ ਹੈ, ਅੰਤਰਗਤ ਤੀਰਥ ਮਰ ਨਾਉ, ਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾ ਕੇ ਮੁਕਤੀ ਪਾ ਲੈਂਦਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਚੰਗਿਆਈਆਂ ਤੇਰੀਆਂ ਹਨ। ਹੇ ਪ੍ਰਮਾਤਮਾ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ, ਚੰਗਿਆਈਆਂ ਗ੍ਰਹਿਣ ਦਿੱਤੇ ਬਿਨਾ ਸੱਚੀ ਭਗਤੀ ਨਹੀਂ ਹੋ ਸਕਦੀ। ਸਵਾਸਤ ਆਤ ਬਾਣੀ ਬਰਮਾਓ, ਮੇਰੀ ਨਮਸਕਾਰ ਹੈ ਉਸ ਪ੍ਰਮਾਤਮਾ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਬ੍ਰਹਮਾ ਦੇ ਆਦਿਕ ਹੈ। ਸਤ ਸੁਹਾਨ ਸਦਾ ਮਨ ਚਾਓ, ਉਹ ਸੱਚਾ ਅਤੇ ਸੁੰਦਰ ਹੈ। ਪਰਮਾਨੰਦ ਸਦਾ ਹੀ ਉਸ ਦੇ ਚਿੱਤ ਅੰਦਰ ਵਸਦਾ ਹੈ। ਕਵਨ ਸੋ ਵੇਲਾ ਵਕਤ ਕਵਨ, ਕਵਨ ਤਿਤ ਕਵਨ ਵਾਰ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਦੋਂ ਤੋਂ ਹੀ ਕੇਵਲ ਵਕਤ ਸੀ, ਕਿਹੜੀ ਤਿਥ ਅਤੇ ਕਿਹੜਾ ਦਿਹਾੜਾ ਸੀ। ਕਵਨ ਸੇ ਰੁਤ ਮਾਈ ਕਵਨ, ਜਿਤ ਹੋਆ ਆਕਾਰ, ਤਦੋਂ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ। ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਪੰਡਤਾਂ ਨੂੰ ਵੇਲੇ ਦਾ ਪਤਾ ਨਹੀਂ, ਭਾਵੇਂ ਪੁਰਾਣਾਂ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਵੀ ਹੋਇਆ ਹੈ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਨਾ ਹੀ ਕੋਈ ਕਾਜੀ ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ ਸਮੇਂ ਨੂੰ ਜਾਣਦੇ ਹਨ। ਥਿੱਤੀ ਵਾਰ ਨਾ ਜੋਗੀ ਜਾਣੇ, ਰੁੱਤ ਮਾਏ ਨਾ ਕੋਈ, ਨਾ ਹੀ ਜੋਗੀ ਨਾ ਹੀ ਕੋਈ ਹੋਰ ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨੇ ਨੂੰ ਜਾਣਦਾ ਹੈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ। ਕਿਉ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਉ ਜਾਣਾ। ਤੈਨੂੰ ਕਿਸ ਤਰ੍ਹਾਂ ਕਿਹਾ, ਕਿਸ ਤਰ੍ਹਾਂ ਸਲਾਹਿਆ, ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ। ਨਾਨਕ ਆਖਣ ਸਭ ਕੋ ਆਖੇ, ਇੱਕ ਤੋਂ ਇੱਕ ਸਿਆਣਾ। ਨਾਨਕ, ਸਾਰੇ ਤੇਰੀ ਕਥਾ ਵਰਣਨ ਕਰਦੇ ਹਨ ਤੇ ਇੱਕ ਨਾਲੋਂ ਇੱਕ ਵਧੇਰੇ ਅਕਲਮੰਦ ਹੈ। ਵੱਡਾ ਸਾਇਆ ਵੱਡੀ ਨਾਹੀ ਕੀਤਾ ਜਾਕਾ ਹੋਵੇ। ਵਿਸ਼ਾਲ ਹੈ ਉਹ ਪਰਮਾਤਮਾ ਅਤੇ ਵਿਸ਼ਾਲ ਹੈ ਉਸ ਦਾ ਨਾਮ। ਜੋ ਕੁਛ ਉਹ ਕਰਦਾ ਹੈ ਉਹੀ ਹੁੰਦਾ ਹੈ। ਨਾਨਕ ਜੇ ਕੋ ਆਪੋ ਜਾਣੇ, ਆਗੇ ਗਿਆ ਨਾ ਸੋਹੇ। ਨਾਨਕ, ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਨ ਯੋਗ ਮੰਨਦਾ ਹੈ ਤਾਂ ਉਹ ਰੱਬ ਦੀ ਦਰਗਾਹ ਵਿੱਚ ਚੰਗਾ ਨਹੀਂ ਲੱਗੇਗਾ। ਪਾਤਾਲਾ ਪਾਤਾਲ, ਲੱਖ ਆਕਾਸ਼ਾਂ ਆਗਾਸ। ਪਾਤਾਲਾਂ ਦੇ ਹੇਠਾਂ ਵੀ ਪਾਤਾਲ ਹਨ ਅਤੇ ਆਕਾਸ਼ ਦੇ ਉੱਪਰ ਵੀ ਲੱਖਾਂ ਆਕਾਸ਼ ਹਨ। ਊੜਕ ਊੜਕ ਪਾਲਤ ਕੇ ਵੇਦ ਕਹਿਣ ਇੱਕ ਬਾਤ, ਉਹਨਾਂ ਨੂੰ ਜਦ ਲੱਭਣ ਲੱਗੇ ਤਾਂ ਢੂੰਡ ਢੂੰਡ ਕੇ ਵੇਦ ਕੇਵਲ ਇੱਕੋ ਗੱਲ ਕਹਿੰਦੇ ਹਨ ਕਿ ਅਸੀਂ ਹਫ ਗਏ ਹਾਂ। ਸਹਿਸ 18 ਕਹਿਣ ਕਤੇਬਾ, ਅਸੂਲ ਇੱਕ ਤਾਤ। ਪੱਛਮੀ ਧਾਰਮਿਕ ਗ੍ਰੰਥ ਆਖਦੇ ਹਨ ਕਿ 18,000 ਆਲਮ ਹਨ, ਪਰੰਤੂ ਅਸਲ ਵਿੱਚ ਇੱਕੋ ਹੀ ਸਾਰ ਤੱਤ ਹੈ ਕਿ ਪ੍ਰਮਾਤਮਾ ਤੂੰ ਬੇਅੰਤ ਹੈ। ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਜੇਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ, ਕੇਵਲ ਤਾਂ ਹੀ ਇਨਸਾਨ ਉਸਨੂੰ ਲਿਖ ਸਕਦਾ ਹੈ। ਉਸ ਪਰਮਾਤਮਾ ਦਾ ਹਿਸਾਬ ਕਦੀ ਮੁੱਕਦਾ ਨਹੀਂ। ਹਿਸਾਬ ਕਿਤਾਬ ਕਰਨ ਵਾਲਾ ਇਨਸਾਨ ਖੁਦ ਹੀ ਮੁੱਕ ਜਾਂਦਾ ਹੈ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਹੇ ਨਾਨਕ, ਉਸ ਨੂੰ ਵਿਸ਼ਾਲ ਵਰਣਨ ਕਰ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਸਲਾਹੀ ਸਲਾਹ ਏਤੀ ਸੁਰਤ ਨਾ ਪਾਈਆ। ਸ਼ਲਾਘਾ ਕਰਨ ਵਾਲੇ ਸਾਹਿਬ ਦੀ ਸ਼ਲਾਘਾ ਕਰਦੇ ਹਨ, ਪਰ ਉਹਨਾਂ ਨੂੰ ਇੰਨੀ ਸਮਝ ਪ੍ਰਾਪਤ ਨਹੀਂ ਹੁੰਦੀ ਕਿ ਉਹ ਕਿਤਨਾ ਕੁ ਵੱਡਾ ਹੈ। ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ। ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਦਰਿਆ ਉਸ ਦਾ ਵਿਸਤਾਰ ਨਹੀਂ ਸਮਝਦੇ। ਸਮੁੰਦ ਸਾ ਸੁਲਤਾਨ, ਗਹਿਰਾ ਸੇਤੀ ਮਾਲ ਤਨ। ਸਮੁੰਦਰ ਵਰਗੇ ਵੱਡੇ ਸ਼ਾਹ ਪਾਤਸ਼ਾਹ, ਜਿਨ੍ਹਾਂ ਦੀ ਸੰਪੱਤੀ ਦੇ ਖਜ਼ਾਨੇ ਪਹਾੜਾਂ ਜਿਤਨੇ ਹਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋਂ ਨਾ ਵਿਸਰੇ। ਐਸੇ ਉਸ ਕੀੜੀ ਦੇ ਬਰਾਬਰ ਵੀ ਨਹੀਂ ਜਿਸ ਨੂੰ ਹੇ ਪ੍ਰਭੂ ਤੂੰ ਦਿਲੋਂ ਨਹੀਂ ਵਿਸਾਰਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਉਸਦੇ ਗੁਣਾਂ ਦਾ ਕੋਈ ਅੰਤ ਨਹੀਂ, ਕਹਿਣ ਨਾਲ ਅੰਤ ਨਹੀਂ ਪੈ ਸਕਦਾ। ਅੰਤ ਨਾ ਕਰਨੇ ਦੇਣ ਨਾ ਅੰਤ, ਉਸਦੇ ਕੰਮਾਂ ਦਾ ਕੋਈ ਔਕੜ ਨਹੀਂ, ਨਾ ਕੋਈ ਔਕੜ ਹੈ ਦੇਣ ਦਾ। ਅੰਤ ਨਾ ਵੇਖਣ ਸੁਣਨ ਨਾ ਅੰਤ, ਉਸ ਨੂੰ ਵੇਖਣ ਦਾ ਵੀ ਕੋਈ ਔਕੜ ਨਹੀਂ, ਨਾ ਹੀ ਔਕੜ ਹੈ ਸੁਣਨ ਦਾ। ਅੰਤ ਨਾ ਜਾਪੇ ਕਿਆ ਮਨਮੰਦ, ਉਸਦੇ ਮਨ ਦਾ ਕੀ ਮਨੋਰਥ ਹੈ, ਇਸ ਦਾ ਔਕੜ ਜਾਣਿਆ ਨਹੀਂ ਜਾ ਸਕਦਾ। ਅੰਤ ਨਾ ਜਾਪੇ ਕੀਤਾ ਆਕਾਰ, ਉਸਦੀ ਰਚੀ ਹੋਈ ਰਚਨਾ ਦਾ ਔਕੜ ਮਾਲੂਮ ਨਹੀਂ ਹੁੰਦਾ। ਅੰਤ ਨਾ ਜਾਪੇ ਪਾਰਾਵਾਰ, ਉਸ ਦੇ ਇਸ ਅਤੇ ਉਸ ਕਿਨਾਰੇ ਦਾ ਪਤਾ ਨਹੀਂ ਜਾਣ ਸਕਦੇ। ਅੰਤ ਕਾਰਨ ਕੇਤੇ ਬਿਲਾਏ, ਉਸਦਾ ਹੱਦ ਬੰਨਾ ਜਾਣਨ ਲਈ ਕਨੇਰੇ ਵਿਰਲਾਪ ਕਰਦੇ ਹਨ ਤਾਂ ਕਿ ਅੰਤ ਨਾ ਪਾਏ ਜਾਏ। ਉਸਦੇ ਊੜਕਾਂ ਦਾ ਪਤਾ ਨਹੀਂ ਲੱਗਦਾ। ਇਹ ਅੰਤ ਨਾ ਜਾਣੇ ਕੋਈ, ਇਹ ਪਾਰਾਵਾਰ ਕੋਈ ਨਹੀਂ ਜਾਣਦਾ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਜ਼ਿਆਦਾ ਅਸੀਂ ਬਿਆਨ ਕਰਦੇ ਹਾਂ ਉਨਾ ਹੀ ਜ਼ਿਆਦਾ ਅਪ੍ਰਸਿੱਧ ਉਹ ਹੋ ਜਾਂਦਾ ਹੈ। ਵੱਡਾ ਸਾਹਿਬ ਉੱਚਾ ਥਾਉ, ਵਿਸ਼ਾਲ ਹੈ ਸੁਆਮੀ ਅਤੇ ਉੱਚਾ ਹੀ ਉਸਦਾ ਆਸਣ ਹੈ। ਉੱਚੇ ਉੱਪਰ ਉੱਚਾ ਨਾਉ, ਉਸਦਾ ਨਾਮ ਉੱਚਿਆਂ ਤੋਂ ਵੀ ਉੱਚਾ ਹੈ। ਏਵੜ ਉੱਚਾ ਹੋਵੇ ਕੋਈ, ਜੇਕਰ ਕੋਈ ਉਸ ਜਿਤਨਾ ਉੱਚਾ ਤੇ ਵੱਡਾ ਹੋਵੇ ਜਿੱਡਾ ਉਹ ਹੈ। ਤਿਸ ਉੱਚੇ ਕੋ ਜਾਣੇ ਸੋਏ, ਤਦ ਉਹ ਉਸਨੂੰ ਜਾਣ ਲਵੇਗਾ। ਜੇਵੜ ਆਪ ਜਾਣੇ ਆਪ ਆਪ, ਉਹ ਕਿੰਨਾ ਵੱਡਾ ਹੈ ਉਹ ਖੁਦ ਹੀ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤ, ਹੇ ਨਾਨਕ, ਕਿਰਪਾਲ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ਿਸ਼ਾਂ ਵੰਡਦਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਉਸ ਦੀਆਂ ਬਖਸ਼ਿਸ਼ਾਂ ਲਿਖੀਆਂ ਨਹੀਂ ਜਾ ਸਕਦੀਆਂ। ਵੱਡਾ ਦਾਤਾ ਤਿੰਨ ਨਾ ਤਮਾਏ, ਉਹ ਵੱਡਾ ਦਾਤਾਰ ਹੈ ਅਤੇ ਉਸ ਨੂੰ ਜਰਾ ਵੀ ਤਮਾ ਨਹੀਂ ਹੈ।
ਕਿਤੇ ਮੰਗੇ ਜੋਤ ਅਪਾਰ। ਸੂਰਮਿਆਂ ਦੇ ਸਮੁਦਾਏ ਬੇਅੰਤ ਸਾਹਿਬ ਦੇ ਦਰ ਤੋਂ ਮੰਗਦੇ ਹਨ। ਕਿਤਿਆਂ ਗਣਤ ਨਹੀਂ ਵਿਚਾਰ, ਘਣੇ ਹੀ ਗਿਣਤੀ ਤੋਂ ਬਾਹਰ ਉਸ ਨੂੰ ਸੋਚਦੇ ਸਮਝਦੇ ਹਨ। ਕਿਤੇ ਖੱਪ ਟੁੱਟੇ ਵਿਕਾਰ, ਕਿਤਨੇ ਹੀ ਵਿਕਾਰਾਂ ਵਿੱਚ ਖੱਪ ਖੱਪ ਕੇ ਖਤਮ ਹੋ ਜਾਂਦੇ ਹਨ। ਕਿਤੇ ਲੈ ਲੈ ਮੁੱਕਰ ਪਾਏ, ਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਵੀ ਉਸ ਤੋਂ ਮੁੱਕਰ ਜਾਂਦੇ ਹਨ। ਕਿਤੇ ਮੂਰਖ ਖਾਈ ਖਾਏ, ਕਈ ਬੇਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ। ਕਿਤਿਆਂ ਦੁੱਖ ਭੂਖ ਸਦਮਾਰ, ਕਈਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਵਗੀ ਰਹਿੰਦੀ ਹੈ। ਇਹ ਵੀ ਦਾਤ ਤੇਰੀ ਦਾਤਾਰ, ਹੇ ਦਾਤੇ ਇਹ ਵੀ ਤੇਰੀਆਂ ਹੀ ਬਖਸ਼ਿਸ਼ਾਂ ਹਨ। ਬੰਦ ਖਲਾਸੀ ਪਾਣੇ ਹੋਏ, ਕਹਿ ਤੋ ਰਿਹਾਈ ਹਰੀ ਦੇ ਹੁਕਮ ਨਾਲ ਹੀ ਹੁੰਦੀ ਹੈ। ਹੋਰ ਆਖ ਨਾ ਸਕੇ ਕੋਈ, ਹੋਰ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ ਹੈ। ਜੇ ਕੋ ਖਾਇਕ ਆਖਣ ਪਾਏ, ਜੇਕਰ ਕੋਈ ਮੂਰਖ ਦਖਲ ਦੇਣ ਦੀ ਹਿਆ ਕਰੇ, ਉਹ ਜਾਣੇ ਜੇਤੀਆਂ ਮੂੰਹ ਖਾਏ। ਉਹੀ ਜਾਣੇਗਾ ਕਿ ਉਸਦੇ ਮੂੰਹ ਤੇ ਕਿੰਨੀਆਂ ਕੁ ਸੱਟਾਂ ਪੈਂਦੀਆਂ ਹਨ। ਆਪੇ ਜਾਣੇ ਆਪੇ ਦੇ, ਉਹ ਸਭ ਕੁਝ ਜਾਣਦਾ ਹੈ ਤੇ ਖੁਦ ਹੀ ਦਿੰਦਾ ਹੈ। ਆਖੇ ਸੇ ਵੀ ਕਈ ਕੇ, ਕੋਈ ਵਿਰਲਾ ਹੀ ਜਾਂਦਾ ਹੈ ਜੋ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪ੍ਰਦਾਨ ਕਰਦਾ ਹੈ। ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਇਹ ਨਾਨਕ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਨਮੁੱਲ ਹਨ ਤੇਰੀਆਂ ਚੰਗਿਆਈਆਂ ਅਤੇ ਅਨਮੁੱਲ ਤੇਰਾ ਵਣਜ ਹੈ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਨਮੁੱਲ ਹਨ ਤੇਰੇ ਵੰਜਾਰੇ ਤੇ ਅਨਮੁੱਲ ਤੇਰੇ ਖਜ਼ਾਨੇ ਹਨ। ਅਮੁੱਲ ਆਵੇ ਅਮੁੱਲ ਲੈ ਜਾਏ, ਅਨਮੁੱਲ ਹਨ ਜੋ ਤੇਰੇ ਕੋਲ ਆਉਂਦੇ ਹਨ ਤੇ ਉਹ ਵੀ ਅਨਮੁੱਲ ਹਨ ਜੋ ਤੇਰੇ ਤੋਂ ਸੌਦਾ ਲੈ ਕੇ ਜਾਂਦੇ ਹਨ। ਅਮੁੱਲ ਪਾਏ ਅਮੁੱਲਾ ਸਮਾਏ, ਅਨਮੁੱਲ ਹੈ ਤੇਰੀ ਪ੍ਰੀਤ ਅਤੇ ਅਨਮੁੱਲ ਹੈ ਉਹ ਜੋ ਤੇਰੇ ਅੰਦਰ ਸਮਾ ਜਾਂਦੇ ਹਨ। ਅਮੁੱਲ ਧਰਮ ਅਮੁੱਲ ਦੀਵਾਨ, ਅਨਮੁੱਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁੱਲ ਹੈ ਤੇਰਾ ਦਰਬਾਰ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਨਮੁੱਲ ਹੈ ਤੇਰੀ ਤੱਕੜੀ ਅਤੇ ਅਨਮੁੱਲ ਹਨ ਤੇਰੇ ਵੱਟੇ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਨਮੁੱਲ ਹਨ ਤੇਰੀਆਂ ਦਾਤਾਂ ਅਤੇ ਅਨਮੁੱਲ ਹਨ ਤੇਰੀ ਪ੍ਰਵਾਨਗੀ ਦਾ ਚਿੰਨ੍ਹ। ਅਮੁੱਲ ਕਰਮ ਅਮੁੱਲ ਫਰਮਾਨ, ਅਨਮੁੱਲ ਹੈ ਤੇਰੀ ਰਹਿਮਤ ਅਤੇ ਅਨਮੁੱਲ ਹੈ ਤੇਰਾ ਹੁਕਮ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਮੁੱਲ ਤੋਂ ਪਰੇ ਅਤੇ ਅਨਮੋਲਕ ਸਾਹਿਬ ਬਿਆਨ ਕੀਤਾ ਨਹੀਂ ਜਾ ਸਕਦਾ। ਆਖ ਆਖ ਰਹੇ ਲਿਵਲਾਏ, ਲਗਾਤਾਰ ਤੇਰੀ ਉਚਰਨ ਕਰਨ ਦੁਆਰਾ ਮੈਂ ਤੇਰੀ ਪ੍ਰੀਤ ਅੰਦਰ ਲੀਨ ਲੈਂਦਾ ਹਾਂ। ਆਖੇ ਵੇਦ ਪਾਠ ਪੁਰਾਣ, ਵੇਦਾਂ ਅਤੇ ਪੁਰਾਣਾਂ ਦੇ ਪਾਠੀ ਤੈਨੂੰ ਹੀ ਪੁਕਾਰਦੇ ਹਨ। ਆਖੇ ਪੜ੍ਹੇ ਕਰੇ ਵਿਖਿਆਨ, ਪੜ੍ਹੇ ਲਿਖੇ ਤੇਰਾ ਨਾਮ ਉਚਾਰਦੇ ਹਨ ਅਤੇ ਤੇਰੇ ਬਾਰੇ ਬਿਆਨ ਕਰਦੇ ਹਨ। ਆਖੇ ਬ੍ਰਹਮੇ ਆਖੇ ਇੰਦ, ਬ੍ਰਹਮੇ ਤੇਰਾ ਜ਼ਿਕਰ ਕਰਦੇ ਹਨ ਅਤੇ ਇੰਦਰ ਵੀ ਤੇਰਾ ਹੀ ਜ਼ਿਕਰ ਕਰਦਾ ਹੈ। ਆਖੇ ਗੋਪੀ ਤੇ ਗੋਵਿੰਦ, ਅਨੇਕਾਂ ਗੋਪੀਆਂ ਅਤੇ ਕਿਸ਼ਨ ਤੇਰਾ ਹੀ ਜ਼ਿਕਰ ਕਰਦੇ ਹਨ। ਆਖੇ ਈਸਰ ਆਖੇ ਸਿੱਧ, ਸ਼ਿਵ ਜੀ ਤੈਨੂੰ ਆਖਦਾ ਹੈ ਅਤੇ ਕਰਾਮਾਤਾਂ ਕਰਨ ਵਾਲੇ ਵੀ ਤੇਰਾ ਹੀ ਜ਼ਿਕਰ ਕਰਦੇ ਹਨ। ਆਖੇ ਕੇਤੇ ਕੀਤੇ ਬੁੱਧ, ਸਾਰੇ ਬੁੱਧ ਜੋ ਤੂੰ ਸਾਜੇ ਹਨ ਤੈਨੂੰ ਹੀ ਪੁਕਾਰਦੇ ਹਨ। ਆਖੇ ਦਾਨਵ ਆਖੇ ਦੇਵ, ਦੈਂਤ ਤੈਨੂੰ ਪੁਕਾਰਦੇ ਹਨ, ਦੇਵਤੇ ਵੀ ਤੈਨੂੰ ਹੀ ਪੁਕਾਰਦੇ ਹਨ। ਆਖੇ ਸੁਰ ਨਰ ਮੁੰਜਨ ਸੇ, ਦੇਵਤੇ ਮਨੁੱਖ ਮੌਨਧਾਰੀ ਅਤੇ ਸੇਵਕ ਤੇਰਾ ਹੀ ਜ਼ਿਕਰ ਕਰਦੇ ਹਨ। ਕੇਤੇ ਆਖੇ ਆਖਣ ਪਾਏ, ਘਨੇਰੇ ਤੈਨੂੰ ਬਿਆਨ ਕਰਦੇ ਹਨ ਅਤੇ ਬਿਆਨ ਕਰਨ ਦਾ ਯਤਨ ਕਰਦੇ ਹਨ। ਕੇਤੇ ਕਹਿ ਕਹਿ ਉੱਠ ਉੱਠ ਜਾਏ, ਬਹੁਤਿਆਂ ਨੇ ਤੈਨੂੰ ਬਾਰੰਬਾਰ ਬਿਆਨ ਕੀਤਾ ਹੈ, ਉਹ ਖੜੇ ਤੇ ਤਿਆਰ ਹੋ ਕੇ ਟੁਰ ਗਏ ਹਨ। ਏਤੇ ਕੀਤੇ ਹੋਰ ਕਰੇ, ਜੇਕਰ ਤੂੰ ਇਤਨੇ ਹੋਰ ਰਚ ਦੇਵੇਂ ਜਿਤਨੇ ਤੂੰ ਅੱਗੇ ਰਚੇ ਹਨ, ਤਾਂ ਆਖ ਨਾ ਸਕੇ ਕਈ ਕੇ, ਤਾਂ ਉਹ ਵੀ ਤੇਰੀਆਂ ਕੁਛ ਨੇਕੀਆਂ ਵੀ ਬਿਆਨ ਨਹੀਂ ਕਰ ਸਕਦੇ। ਜੇਵੜ ਪਾਵੇ ਤੇਵੜ ਹੋਏ, ਸੁਆਮੀ ਇੰਨਾ ਵੱਡਾ ਹੋ ਜਾਂਦਾ ਹੈ ਜਿੱਡਾ ਵੱਡਾ ਉਸ ਨੂੰ ਚੰਗਾ ਲੱਗਦਾ ਹੈ। ਨਾਨਕ ਜਾਣੇ ਸਾਚਾ ਸੋਏ, ਇਹ ਨਾਨਕ ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ। ਜੇ ਕੋ ਆਖੇ ਬੋਲ ਵਿਗਾੜ, ਜੇਕਰ ਕੋਈ ਬਕਵਾਸੀ ਕਹੇ ਕਿ ਉਹ ਰੱਬ ਨੂੰ ਵਰਣਨ ਕਰ ਸਕਦਾ ਹੈ, ਤਾਂ ਲਿਖਿਆ ਸਿਰ ਗਵਾਰਾ ਗਵਾਰ, ਤਦ ਉਸ ਨੂੰ ਮੂਰਖਾਂ ਦਾ ਸਰਦਾਰ ਸਮਝ ਲੈਣਾ ਚਾਹੀਦਾ ਹੈ। ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸਵਾਲੇ। ਪਰਮਾਤਮਾ ਉਹ ਦਰਵਾਜ਼ਾ ਕੈਸਾ ਹੈ ਅਤੇ ਉਹ ਮੰਦਰ ਕੈਸਾ ਹੈ ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਦੇਖਭਾਲ ਕਰਦਾ ਹੈ। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ, ਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸਾਜ਼ ਉੱਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਉੱਥੇ ਰਾਗ ਗਾਉਣ ਵਾਲੇ ਹਨ। ਕੇਤੇ ਰਾਗ ਭਰੀ ਸੋ ਕਹੀਨ ਕੇਤੇ ਗਾਵਨ ਹਾਰੇ, ਅਨੇਕਾਂ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਅਤੇ ਅਨੇਕਾਂ ਹੀ ਰਾਗੀ ਤੇਰਾ ਜਸ ਗਾਉਂਦੇ ਹਨ। ਗਾਵੋ ਤੋਹਨੋ ਪਉਣ ਪਾਣੀ ਬੇਸੰਤਰ, ਗਾਵੇ ਰਾਜਾ ਧਰਮ ਦੁਆਰੇ। ਹੇ ਪਰਮਾਤਮਾ ਤੈਨੂੰ ਹਵਾ ਜਲ ਤੇ ਅੱਗ ਗਾਉਂਦੇ ਹਨ ਅਤੇ ਧਰਮਰਾਜ ਤੇਰੇ ਬੂਹੇ ਉੱਤੇ ਤੇਰੀ ਕੀਰਤੀ ਦਾ ਗਾਇਨ ਕਰਦਾ ਹੈ। ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਲਿਖਣ ਵਾਲੇ ਫਰਿਸ਼ਤੇ ਚਿੱਤਰ ਤੇ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮਰਾਜ ਨਿਆਂ ਕਰਦਾ ਹੈ, ਉਹ ਵੀ ਤੇਰਾ ਜਸ ਗਾਇਨ ਕਰਦੇ ਹਨ। ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ ਮਹਾਦੇਵ ਬ੍ਰਹਮਾ ਅਤੇ ਭਵਾਨੀ ਤੈਨੂੰ ਗਾਇਨ ਕਰਦੇ ਹਨ। ਗਾਵੇ ਇੰਦਰ ਦੇ ਆਸਣ ਬੈਠੇ ਦੇਵਤਿਆਂ ਅੰਦਰ ਨਾਲੇ, ਆਪਣੇ ਤਖਤ ਤੇ ਬੈਠਾ ਹੋਇਆ ਇੰਦਰ ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ। ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਵਿਚਾਰ ਅੰਦਰ ਪੂਰਨ ਪੁਰਸ਼ ਅਤੇ ਸੰਤ ਆਪਣੀ ਦਿਵ ਦ੍ਰਿਸ਼ਟੀ ਅੰਦਰ ਵੀ ਤੈਨੂੰ ਹੀ ਗਾਉਂਦੇ ਹਨ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਕਾਮ ਚੇਸ਼ਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਹਨ ਅਤੇ ਤਕੜੇ ਯੋਧਾ ਤੇਰਾ ਹੀ ਜਸ ਕਰਦੇ ਹਨ। ਗਾਵਨ ਪੰਡਤ ਪੜ੍ਹਨ ਰਕੀਸਰ ਜੁਗ ਜੁਗ ਵੇਦਾਂ ਨਾਲੇ, ਸਾਰੀਆਂ ਯੁੱਗਾਂ ਦੇ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ ਸਮੇਤ ਸੱਤੇ ਸ਼੍ਰੋਮਣੀ ਰਿਸ਼ੀ ਤੇਰੀ ਹੀ ਉਪਮਾ ਕਰਦੇ ਹਨ। ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮਚ ਪਿਆਲੇ, ਮੋਹ ਲੈਣ ਵਾਲੀਆਂ ਪਰੀਆਂ ਜੋ ਬਹਿਸ਼ਤ ਇਸ ਲੋਕ ਅਤੇ ਪਤਾਲ ਅੰਦਰ ਦਿਲ ਨੂੰ ਚੱਲ ਲੈਂਦੀਆਂ ਹਨ, ਉਹ ਤੈਨੂੰ ਹੀ ਗਾਉਂਦੀਆਂ ਹਨ। ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ, ਤੇਰੇ ਰਚੇ ਹੋਏ 14 ਅਮੋਲਕ ਪਦਾਰਥ 68 ਯਾਤਰਾ ਸਥਾਨ ਸਮੇਤ
ਤੇਰੀ ਹੀ ਕੀਰਤੀ ਕਰਦੇ ਹਨ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਕਹਾਣੀ ਚਾਰੇ। ਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਅਤੇ ਚਾਰੇ ਹੀ ਉਤਪਤੀ ਦੇ ਮੰਥੇ ਤੈਨੂੰ ਹੀ ਗਾਉਂਦੇ ਹਨ। ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤਾਰੇ। ਸਾਰਾ ਬ੍ਰਹਿਮੰਡ ਉਸਦੇ ਵੱਖ-ਵੱਖ ਹਿੱਸੇ, ਦੇਸ਼ ਜੋ ਤੂੰ ਸਾਜੇ ਹਨ, ਥਾਈਂ ਥਾਈਂ ਟਿਕਾਏ ਹਨ, ਤੈਨੂੰ ਹੀ ਗਾਉਂਦੇ ਹਨ। ਸਹੀ ਤੁਧਨੂੰ ਗਾਵੇ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਸਾਡੇ। ਵੱਡੇ ਵੱਡੇ ਸਾਧੂ ਜੋ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ ਤੇਰੇ ਨਾਮ ਅੰਦਰ ਰੰਗੇ ਹਨ, ਉਹ ਵੀ ਤੈਨੂੰ ਹੀ ਗਾਉਂਦੇ ਹਨ। ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ। ਹੋਰ ਬਹੁਤ ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਹਨਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ। ਸੋਈ ਸੋਈ ਸਦਾ ਸੱਚਾ ਹੈ, ਸਾਚਾ ਸਾਚੀ ਨਾਈ। ਉਹ ਪਰਮਾਤਮਾ ਸਦਾ ਤੋਂ ਹੀ ਸੱਚ ਹੈ ਅਤੇ ਉਸ ਦਾ ਨਾਮ ਵੀ ਸੱਚ ਹੈ। ਹੈਪੀ ਹੋਚੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਜਿਸਨੇ ਇਹ ਸ੍ਰਿਸ਼ਟੀ ਸਾਜੀ ਹੈ ਉਹ ਹੈ ਤੇ ਹੋਵੇਗਾ ਵੀ। ਜਦ ਸ੍ਰਿਸ਼ਟੀ ਆਲੋਪ ਹੋ ਜਾਏਗੀ ਉਹ ਨਹੀਂ ਜਾਵੇਗਾ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਪਰਮਾਤਮਾ ਜਿਸਨੇ ਸੰਸਾਰ ਸਾਜਿਆ ਹੈ ਤੇ ਕਈ ਨਏ ਤਰੀਕਿਆਂ ਦੇ ਨਾਲ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਕੀਤੀ ਹੈ। ਕਰ ਕਰ ਵੇਖੇ ਕੀਤਾ ਆਪਣਾ ਜੇ ਤਿਸ ਦੀ ਵਡਿਆਈ। ਰਚਨਾ ਨੂੰ ਰਚ ਕੇ ਉਹ ਜਿਸ ਤਰ੍ਹਾਂ ਉਸ ਹਜੂਰ ਨੂੰ ਚੰਗਾ ਲੱਗਦਾ ਹੈ ਆਪਣੇ ਕੰਮ ਨੂੰ ਦੇਖਦਾ ਹੈ। ਜੋ ਤਿਸ ਪਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਜੋ ਕੁਝ ਉਸ ਨੂੰ ਪਾਉਂਦਾ ਹੈ ਉਹ ਉਹੀ ਕਰਦਾ ਹੈ। ਕੋਈ ਜਣਾ ਖਣਾ ਉਸ ਨੂੰ ਫਰਮਾਨ ਜਾਰੀ ਨਹੀਂ ਕਰ ਸਕਦਾ। ਉਹ ਪਾਸਾ ਹੋ ਸਾਹਪਾ ਸਾਹਿਬ ਨਾਨਕ ਰਹਿਣ ਰਜਾਈ। ਉਹ ਰਾਜਾ ਹੈ, ਰਾਜਿਆਂ ਦਾ ਵੀ ਮਹਾਰਾਜਾ ਹੈ। ਇਹ ਨਾਨਕ ਸਾਨੂੰ ਉਸ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ। ਮੁੰਦਾ ਸੰਤੋਖ ਸਰੰਪਤ ਝੋਲੀ, ਧਿਆਨ ਕਰੇ ਪਿਪੂਤ। ਸੰਤ ਸ਼ਰਤਾਂ ਨੂੰ ਮੁੰਦਰਾ, ਮਿਹਨਤ ਦਾ ਖੱਪਰ ਦੇ ਝੋਲੀ ਬਣਾ ਅਤੇ ਧਿਆਨ ਜੋੜਨਾ ਸਰੀਰ ਉੱਤੇ ਸੁਆ ਮਲੀ ਸਮਝ। ਪਿੰਥਾ ਕਾਲ ਕੁਆਰੀ ਕਾਇਆ, ਜੁਗਤ ਟੰਡਾ ਪ੍ਰਤੀਤ। ਮੌਤ ਦਾ ਖਿਆਲ ਤੇਰੀ ਖਫਨੀ, ਸਰੀਰ ਦੀ ਪਵਿੱਤਰਤਾ, ਜੁਗਤ ਤੇ ਭਰੋਸਾ ਤੇਰਾ ਸੋਟਾ ਹੋਵੇਗਾ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗਜੀਤ। ਸਾਰਿਆਂ ਨੂੰ ਆਪਣੇ ਬਰਾਬਰ ਜਾਣਨਾ ਆਈ ਪੰਥ ਹੋਵੇ। ਮਨ ਉੱਤੇ ਕਾਬੂ ਪਾ ਕੇ ਜਗਤ ਨੂੰ ਜਿੱਤ ਲੈ। ਆਦੇਸ਼ ਤਿਸੇ ਆਦੇਸ਼। ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਉਹ ਮੁੱਢਲਾ ਪਵਿੱਤ ਆਰੰਭ ਰਹਿਤ ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸ ਦਾ ਇੱਕੋ ਵਾਲਾ ਰੂਪ ਹੈ। ਭੁਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੇ ਨਾਦ। ਬ੍ਰਹਮ ਗਿਆਤ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਮੋਦੀ ਬਣਾ। ਈਸ਼ਵਰੀ ਰਾਗ ਜੋ ਹਰ ਦਿਲ ਅੰਦਰ ਹੁੰਦਾ ਹੈ ਉਸ ਨੂੰ ਸਰਵਣ ਕਰ। ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿਦਵਰਾ ਸਾਧ। ਉਹ ਖੁਦ ਸ਼੍ਰੋਮਣੀ ਸਾਹਿਬ ਹੈ ਜਿਸ ਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ। ਧਨ ਸੰਪਤਾ ਤੇ ਕਰਾਮਾਤਾਂ ਹੋਰ ਹੀ ਸਵਾਦ ਹਨ ਜੋ ਸਾਧੂਆਂ ਨੂੰ ਨਹੀਂ ਪਾਉਂਦੇ। ਸੰਜੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਮਿਲਾਪ ਅਤੇ ਵਿਛੋੜਾ ਦੋਨੋਂ ਸੰਸਾਰ ਦੇ ਕੰਮ ਚਲਾਉਂਦੇ ਹਨ ਅਤੇ ਕਰਮਾਂ ਦੇ ਲਿਖੇ ਅਨੁਸਾਰ ਇਨਸਾਨ ਆਪਣਾ ਹਿੱਸਾ ਪ੍ਰਾਪਤ ਕਰਦਾ ਹੈ। ਆਦੇਸ਼ ਤਿਸੇ ਆਦੇਸ਼। ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਉਹ ਮੁੱਢਲਾ ਪਵਿੱਤ ਆਰੰਭ ਰਹਿਤ ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸ ਦਾ ਇੱਕੋ ਵਾਲਾ ਰੂਪ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਮਨੋਤ ਹੈ ਕਿ ਮਾਇਆ ਕਿਸੇ ਤਰੀਕੇ ਜਨਮੀ, ਉਸ ਤੋਂ ਤਿੰਨ ਚੇਲੇ ਮਤਲਬ ਉਸਦੇ ਪੁੱਤਰ ਹੋਏ ਮੰਨੇ ਜਾਂਦੇ ਹਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਬ੍ਰਹਮਾ ਸੰਸਾਰ ਨੂੰ ਰਚਣ ਵਾਲਾ, ਇੱਕ ਵਿਸ਼ਨੂੰ ਜੋ ਰੋਜੀ ਦੇਣ ਵਾਲਾ ਹੈ ਤੇ ਇੱਕ ਸ਼ਿਵ ਜੋ ਕਿ ਲੈ ਕਰਨ ਦੀ ਵਾਦੀ ਹੈ। ਜਿਵ ਤਿਸ ਪਾਵੇ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ। ਜਿਸ ਤਰ੍ਹਾਂ ਉਸਦਾ ਹੁਕਮ ਹੈ ਅਤੇ ਜਿਸ ਤਰ੍ਹਾਂ ਉਸਨੂੰ ਪਾਉਂਦਾ ਹੈ ਉਹ ਉਸੇ ਤਰ੍ਹਾਂ ਹੀ ਉਸਨੂੰ ਤੋਰਦਾ ਹੈ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾਏ ਵਿਡਾਨ। ਉਹ ਉਹਨਾਂ ਨੂੰ ਤੱਕਦਾ ਹੈ ਪਰੰਤੂ ਉਹ ਉਸਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ। ਆਦੇਸ਼ ਤਿਸੇ ਆਦੇਸ਼। ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਉਹ ਮੁੱਢਲਾ ਪਵਿੱਤ ਆਰੰਭ ਰਹਿਤ ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸਦਾ ਇੱਕੋ ਹੀ ਰੂਪ ਹੈ। ਆਸਨ ਲੋਏ ਲੋਏ ਭੰਡਾਰ। ਉਸ ਪਰਮਾਤਮਾ ਦਾ ਆਸਨ ਤੇ ਭੰਡਾਰੇ ਸਾਰੇ ਲੋਕਾਂ ਵਿੱਚ ਹੀ ਹਨ। ਜੋ ਕੁਝ ਪਾਇਆ ਸੋ ਇੱਕਾ ਵਾਰ। ਜੋ ਕੁਝ ਵੀ ਉਹਨਾਂ ਵਿੱਚ ਪਾਇਆ ਗਿਆ ਸੀ ਕੇਵਲ ਇੱਕੋ ਵਾਰੀ ਹੀ ਪਾਇਆ ਗਿਆ ਸੀ। ਕਰ ਕਰ ਵੇਖੇ ਸਿਰਜਣਹਾਰ। ਰਚਨਾ ਨੂੰ ਰਚ ਕੇ ਰਚਨਹਾਰ ਇਸ ਨੂੰ ਸੰਭਾਲ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਹੇ ਨਾਨਕ ਸੱਚੇ ਸਵਾਮੀ ਦਾ ਕੰਮ ਸੱਚਾ ਹੈ। ਆਦੇਸ਼ ਤਿਸੇ ਆਦੇਸ਼। ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਉਹ ਮੁੱਢਲਾ ਪਵਿੱਤ ਆਰੰਭ ਰਹਿਤ ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਇੱਕੋ ਰੂਪ ਵਾਲਾ ਪਰਮਾਤਮਾ ਹੈ। ਇੱਕ ਦੋ ਜੀਪੋ ਲੱਖ ਹੋਵੇ ਲੱਖ 20। ਮੇਰੀ ਇੱਕ ਜ਼ੁਬਾਨ ਤੋਂ 1 ਲੱਖ ਜ਼ੁਬਾਨਾਂ ਹੋ ਜਾਣ ਅਤੇ ਫਿਰ ਉਹ 1 ਲੱਖ ਤੋਂ 20 ਲੱਖ ਹੋ ਜਾਣ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਹਰ ਇੱਕ ਜੀਵ ਨਾਲ ਮੈਂ ਲੱਖਾਂ ਵਾਰੀ ਸ੍ਰਿਸ਼ਟੀ ਦੇ ਸਵਾਮੀ ਦੇ ਨਾਮ ਦਾ ਉਚਾਰਨ ਕਰਾਂਗਾ। ਇਸ ਤਰ੍ਹਾਂ ਪਤ ਪਵੜੀਏ ਚੜੀਏ ਹੋਏ ਅਕੀਸ। ਇਸ ਤਰ੍ਹਾਂ ਪਤੀ ਪਰਮੇਸ਼ਵਰ ਦੇ ਇਸ ਰਸਤੇ ਅੰਦਰ ਪੌੜੀਆਂ ਹਨ ਜਿਨ੍ਹਾਂ ਦੇ ਡੰਡਿਆਂ ਉੱਤੇ ਦੀ ਚੜ੍ਹ ਕੇ ਮੈਂ ਉਸ ਨਾਲ ਇੱਕ ਮਿੱਕ ਹੁੰਦਾ ਹਾਂ। ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਉਸ ਬੇਕੁੰਠੀ ਪਰਮਾਤਮਾ ਦੀਆਂ ਬਾਤਾਂ ਨੂੰ ਸੁਣ ਕੇ ਨੀਵੇਂ ਵੀ ਰੀਸ ਕਰਨਾ ਚਾਹੁੰਦੇ ਹਨ। ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ। ਹੇ ਨਾਨਕ ਉਸ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ। ਆਖਣ ਜੋਰ ਚੁਪੇ ਨਾ ਜੋ। ਮੇਰੇ ਵਿੱਚ ਬੋਲਣ ਦੀ ਕੋਈ ਤਾਕਤ ਨਹੀਂ ਅਤੇ ਨਾ ਹੀ ਤਾਕਤ ਹੈ ਖਾਮੋਸ਼ ਰਹਿਣ ਦੀ। ਜੋਰ ਨਾ ਮੰਗਣ ਦੇ ਨਾ ਜੋ। ਮੇਰੇ ਕੋਲ ਯਾਚਨਾ ਕਰਨ ਦੀ ਕੋਈ ਸ਼ਕਤੀ ਨਹੀਂ ਅਤੇ ਨਾ ਹੀ ਸ਼ਕਤੀ ਹੈ ਦੇਣ ਦੀ। ਜੋ ਨਾ ਜੀਵਨ ਮਰਨ ਨਾ ਜੋ। ਮੇਰੇ ਵਿੱਚ ਜਿਉਣ ਦਾ ਵੀ ਬਲ ਨਹੀਂ ਅਤੇ ਨਾ ਹੀ ਮੈਂ ਮਰ ਜਾਣ ਦਾ ਬਲ ਰੱਖਦਾ ਹਾਂ। ਜੋ ਨਾ ਰਾਜਮਾਲ ਮਨਸੋ। ਮੇਰੇ ਵਿੱਚ ਹਕੂਮਤ ਅਤੇ ਦੌਲਤ ਨੂੰ ਹਾਸਲ ਕਰਨ ਦਾ ਕੋਈ ਬਲ ਨਹੀਂ ਹੈ। ਜੋ ਨਾ ਸੁਰਤੀ ਗਿਆਨ ਵਿਚਾਰ। ਮੇਰੇ ਕੋਲ ਸਮਝ ਈਸ਼ਵਰੀ ਗਿਆਤ ਅਤੇ ਸਾਹਿਬ ਦਾ ਸਿਮਰਨ ਪ੍ਰਾਪਤ ਕਰਨ ਦੀ ਕੋਈ ਤਾਕਤ ਵੀ ਨਹੀਂ ਹੈ। ਜੋ ਨਾ ਜੁਗਤੀ ਛੁਟੇ ਸੰਸਾਰ। ਮੇਰੇ ਅੰਦਰ ਦੁਨੀਆ ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭਣ ਦੀ ਵੀ ਕੋਈ ਸ਼ਕਤੀ ਨਹੀਂ ਹੈ। ਜਿਸ ਹੱਥ ਜੋਰ ਕਰ ਵੇਖੇ ਸੋਏ। ਜਿਸ ਦੇ ਹੱਥ ਵਿੱਚ ਤਾਕਤ ਹੈ ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ। ਨਾਨਕ ਉੱਤਮ ਨੀਚ ਨਾ ਕੋਈ। ਹੇ ਨਾਨਕ ਨਾ ਕੋਈ ਵੱਡਾ ਹੈ ਅਤੇ ਨਾ ਹੀ ਕੋਈ ਮਾੜਾ। ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾ। ਉਸਨੇ ਰਾਤਾਂ ਮੌਸਮ ਚੰਦ ਦੇ ਦਿਨ ਹਫ਼ਤੇ ਤੇ ਦਿਹਾੜੇ ਤੇ ਹਵਾ ਜਲ ਅੱਗ ਅਤੇ ਪਤਾਲ ਪੈਦਾ ਕੀਤੇ ਹਨ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹਨਾਂ ਦੇ ਵਿਚਕਾਰ ਉਸਨੇ ਜ਼ਮੀਨ ਸਾਈਂ ਦੇ ਸਿਮਰਨ ਦੀ ਥਾਂ ਕਾਇਮ ਕੀਤੀ ਹੈ। ਤਿਸ ਵਿੱਚ ਜੀਵ ਜੁਗਤ ਕੇ ਰੰਗ
ਉਸ ਦੇ ਅੰਦਰ ਕਈ ਤਰ੍ਹਾਂ ਤੇ ਰੰਗਾਂ ਦੇ ਜੀਵ ਹਨ। ਤਿਨਕੇ ਨਾਮ ਅਨੇਕ ਅਨੰਤ, ਜਿਨ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਬੇਅੰਤ ਹੀ ਨਾਮ ਹਨ। ਕਰਮੀ ਕਰਮੀ ਹੋਏ ਵਿਚਾਰ, ਉਹਨਾਂ ਦੇ ਕੰਮਾਂ ਤੇ ਕਰਮਾਂ ਅਨੁਸਾਰ ਉਹਨਾਂ ਨੂੰ ਫੈਸਲਾ ਹੁੰਦਾ ਹੈ। ਸੱਚਾ ਆਪ ਸੱਚਾ ਦਰਬਾਰ, ਰੱਬ ਆਪ ਸੱਚਾ ਹੈ ਅਤੇ ਉਸ ਦੀ ਦਰਗਾਹ ਵੀ ਸੱਚੀ ਹੈ। ਜਿੱਥੇ ਸੋਹਣ ਪੰਜ ਪ੍ਰਵਾਨ, ਉੱਥੇ ਕਬੂਲ ਪਏ ਹੋਏ ਸਾਧੂ ਸੁੰਦਰ ਲੱਗਦੇ ਹਨ। ਨਦਰੀ ਕਰਮ ਪਵੇ ਨਿਸ਼ਾਨ, ਉਹਨਾਂ ਉੱਤੇ ਮਿਹਰਬਾਨ ਮਾਲਿਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ। ਕੱਚ ਪਗਾਈ ਉੱਥੇ ਪਾਈ, ਮੰਦੇ ਅਤੇ ਚੰਗੇ ਉੱਥੇ ਪਰਖੇ ਜਾਣਗੇ। ਨਾਨਕ ਗਿਆ ਜਾਪੇ ਜਾਏ, ਹੇ ਨਾਨਕ ਉਸ ਜਗ੍ਹਾ ਤੇ ਪੁੱਜਣ ਤੇ ਤੈਨੂੰ ਇਹ ਮਾਲੂਮ ਹੋ ਜਾਏਗਾ। ਧਰਮ ਖੰਡ ਕਾ ਇਹੋ ਧਰਮ, ਉਹ ਉਪਰੋਕਤ ਦੱਸਿਆ ਇਕਲਾਕੀ ਫਰਜ਼ ਧਰਮ ਦੇ ਮੰਡਲ ਦਾ ਹੈ। ਗਿਆਨ ਖੰਡ ਕਾ ਆਖੋ ਕਰਮ, ਹੁਣ ਗਿਆਨ ਖੰਡ ਦੇ ਕਰਮ ਬਿਆਨ ਕਰਦਾ ਹਾਂ। ਕੇਤੇ ਪਵਨ ਪਾਣੀ ਬੇਸੰਤਰ, ਕੇਤੇ ਕਾਨ ਮਹੇਸ਼, ਉੱਥੇ ਅਨੇਕਾਂ ਹੀ ਪੌਣ ਪਾਣੀ ਤੇ ਅਗਨੀਆਂ ਹਨ ਅਤੇ ਕਈ ਕ੍ਰਿਸ਼ਨ ਤੇ ਸ਼ਿਵ ਹਨ। ਕੇਤੇ ਬ੍ਰਹਮੇ ਕਾਰਤ ਕੜੀਏ, ਰੂਪ ਰੰਗ ਕੇ ਵੇਸ, ਬਹੁਤੇ ਹਨ ਬ੍ਰਹਮੇ ਜੋ ਸ਼ਕਲਾਂ ਸਾਜ ਰਹੇ ਹਨ ਅਤੇ ਅਨੇਕਾਂ ਸੁੰਦਰਤਾਈਆਂ ਰੰਗਤਾਂ ਤੇ ਲਿਬਾਸ। ਕੇਤਿਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਅਨੇਕਾਂ ਕਰਮ ਭੂਮੀਆਂ ਤੇ ਕਈ ਪਹਾੜ ਹਨ, ਕਿਤਨੇ ਹੀ ਧਰੂ ਦੇ ਤਾਰੇ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕਿਤਨੇ ਹੀ ਇੰਦਰ ਚੰਦਰਮਾ ਤੇ ਸੂਰਜ ਹਨ, ਕਿਤਨੇ ਹੀ ਮੰਡਲ ਤੇ ਦੇਸ਼ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕਿਤਨੇ ਹੀ ਸਿੱਧ ਬੁੱਧ ਦੇ ਨਾਥ ਹਨ ਅਤੇ ਕਿਤਨੇ ਹੀ ਦੇਵੀਆਂ ਦੇ ਰੂਪ ਹਨ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕਿਤਨੇ ਹੀ ਦੇਵਤੇ ਦੈਂਤ ਤੇ ਰਿਸ਼ੀ ਮੁਨੀ ਹਨ, ਕਿਤਨੇ ਹੀ ਸਮੁੰਦਰ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਰਤਨ ਹਨ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕਿਤਨੀਆਂ ਹੀ ਖਾਣੀਆਂ ਤੇ ਬੋਲੀਆਂ ਹਨ, ਕਿਤਨੇ ਹੀ ਪਾਤਸ਼ਾਹ ਤੇ ਰਾਜੇ ਹਨ। ਕੇਤੀਆਂ ਸੂਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਕਿਤਨੇ ਹੀ ਧਰਮ ਗਿਆਤਾ ਤੇ ਸੇਵਕ ਹਨ। ਹੇ ਨਾਨਕ ਇਹਨਾਂ ਸਭ ਦੇ ਅੰਤ ਦੀ ਕੋਈ ਵੀ ਹੱਦ ਨਹੀਂ ਹੈ। ਗਿਆਨ ਖੰਡ ਮੇਂ ਗਿਆਨ ਪ੍ਰਚੰਡ, ਗਿਆਨ ਦੇ ਮੰਡਲ ਅੰਦਰ ਬ੍ਰਹਮ ਵਿਚਾਰ ਬਹੁਤ ਹੀ ਪ੍ਰਕਾਸ਼ਵਾਨ ਹੁੰਦਾ ਹੈ। ਜਿੱਥੇ ਨਾਦ ਵਿਨੋਦ ਕੋੜ ਆਨੰਦ, ਉੱਥੇ ਇਲਾਹੀ ਕੀਰਤਨ ਗੂੰਜਦਾ ਹੈ, ਜਿਸ ਤੋਂ ਕਰੋੜਾਂ ਹੀ ਦਿਲ ਪਰਚਾਵੇ ਤੇ ਖੁਸ਼ੀਆਂ ਉਤਪੰਨ ਹੁੰਦੀਆਂ ਹਨ। ਸਰਮ ਖੰਡ ਕੀ ਬਾਣੀ ਰੂਪ, ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦਰਤਾ ਹੈ। ਜਿੱਥੇ ਕਾਰਤ ਕਰੀਏ ਬਹੁਤ ਅਨੂਪ, ਉੱਥੇ ਪ੍ਰੇਮ ਲਾਸਾਨੀ ਬਨਾਵਟ ਬਣਾਈ ਜਾਂਦੀ ਹੈ ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੇ ਪਿੱਛੇ ਪਛਤਾਏ, ਜੇਕਰ ਕੋਈ ਇਨਸਾਨ ਬਿਆਨ ਕਰਨ ਦੀ ਕੋਸ਼ਿਸ਼ ਕਰੇ ਉਹ ਮਗਰੋਂ ਪਛਤਾਤਾਪ ਕਰੇਗਾ। ਜਿੱਥੇ ਕਰੀਏ ਸੂਰਤ ਮਤ ਮਨ ਬੁੱਧ, ਉੱਥੇ ਅੰਤਰੀਵੀ ਗਿਆਨ ਅਕਲ ਆਤਮਾ ਅਤੇ ਸਮਝ ਸੋਚ ਨਵੇਂ ਢੰਗ ਨਾਲ ਢਾਲੇ ਜਾਂਦੇ ਹਨ। ਜਿੱਥੇ ਕਰੀਏ ਸੁਰਾਂ ਸਿੱਧਾਂ ਕੀ ਸੁੱਧ, ਉੱਥੇ ਸਿੱਧ ਪੁਰਸ਼ਾਂ ਅਤੇ ਕਰਾਮਾਤੀ ਮਨੁੱਖਾਂ ਦੀ ਕਸਰਤ ਨਵੇਂ ਸਿਰਿਓਂ ਢਾਲੀ ਜਾਂਦੀ ਹੈ। ਕਰਮ ਖੰਡ ਕੀ ਬਾਣੀ ਜੋ, ਬਖਸ਼ਿਸ਼ ਦੇ ਮੰਡਲ ਤੇ ਮਨੁੱਖ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ। ਜਿੱਥੇ ਹੋਰ ਨਾ ਕੋਈ ਹੋਰ, ਉੱਥੇ ਬਲ ਵਾਲਿਆਂ ਤੋਂ ਬਿਨਾਂ ਹੋਰ ਕੋਈ ਨਹੀਂ ਹੁੰਦਾ। ਜਿੱਥੇ ਜੋਧ ਮਹਾਬਲ ਸੂਰ, ਉੱਥੇ ਜੋਧੇ ਮਹਾਬਲੀ ਅਤੇ ਸੂਰਮੇ ਹੁੰਦੇ ਹਨ। ਤਿੰਨ ਮੈਂ ਰਾਮ ਰਿਹਾ ਭਰਪੂਰ, ਉਹਨਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰਿਪੂਰਨ ਹੋਇਆ ਰਹਿੰਦਾ ਹੈ। ਜਿੱਥੇ ਸੀਤੋ ਸੀਤਾ ਮਾਂ ਮਾਏ, ਉੱਥੇ ਨੇਕ ਪੁਰਸ਼ ਪ੍ਰਭੂ ਜਸ ਵਿੱਚ ਜੁੜੇ ਹੁੰਦੇ ਹਨ ਤਾਂ ਕਿ ਰੂਪ ਨਾ ਕਥਨੇ ਜਾਏ। ਉਹਨਾਂ ਦੇ ਰੂਪ ਬਿਆਨ ਨਹੀਂ ਹੋ ਸਕਦੇ। ਨਾ ਉਹ ਮਰੇ ਨਾ ਠੱਗੇ ਜਾਏ, ਨਾ ਉਹ ਮਰਦੇ ਹਨ ਅਤੇ ਨਾ ਹੀ ਠੱਗੇ ਜਾਂਦੇ ਹਨ। ਜਿਨ ਕੇ ਰਾਮ ਵਸੇ ਮਨ ਮਾਹੀ, ਜਿਨ੍ਹਾਂ ਦੇ ਮਨ ਦੇ ਅੰਦਰ ਰਾਮ ਵਸਦਾ ਹੈ। ਜਿੱਥੇ ਭਗਤ ਵਸੈ ਕੇ ਲੋ, ਉੱਥੇ ਕਈ ਮੌਕਾਂ ਦੇ ਭਗਤ ਵਸਦੇ ਹਨ। ਕਰੇ ਆਨੰਦ ਸੱਚਾ ਮਨ ਸੋਏ, ਉਹ ਆਨੰਦ ਮਾਣਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਪ੍ਰਮਾਤਮਾ ਵਸਦਾ ਹੈ। ਸੱਚਖੰਡ ਵਸੇ ਨਿਰੰਕਾਰ, ਸੱਚਖੰਡ ਵਿੱਚ ਆਕਾਰ ਰਹਿਤ ਪ੍ਰਮਾਤਮਾ ਵਸਦਾ ਹੈ। ਕਰ ਕਰ ਵੇਖੇ ਨਦਰ ਨਿਹਾਲ, ਜੋ ਰਚ ਰਚ ਕੇ ਸਭ ਨੂੰ ਨਿਹਾਲ ਕਰਨ ਵਾਲੀ ਨਜ਼ਰ ਨਾਲ ਦੇਖਦਾ ਹੈ। ਜਿੱਥੇ ਖੰਡ ਮੰਡਲ ਵਰਪੰਡ, ਉੱਥੇ ਧਰਤੀਆਂ ਤਾਰਾ ਮੰਡਲ ਤੇ ਬ੍ਰਹਿਮੰਡ ਇਤਨੇ ਹਨ ਜੇ ਕੋ ਕਥੇ ਤਾਂ ਅੰਤ ਨਾ ਅੰਤ, ਕਿ ਜੇ ਕੋਈ ਬਿਆਨ ਕਰੇ ਤਾਂ ਇਹਨਾਂ ਦੇ ਅੰਤ ਦੀ ਕੋਈ ਹੱਦ ਨਹੀਂ ਹੈ। ਜਿੱਥੇ ਲੋ ਲੋ ਆਕਾਰ, ਉੱਥੇ ਕਈ ਲੋਕ ਭਵਨ ਅਤੇ ਅਨੇਕਾਂ ਹੀ ਆਕਾਰ ਹਨ। ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਹੀ ਉਹਨਾਂ ਦੀ ਕਿਰਿਆ ਹੁੰਦੀ ਹੈ। ਵੇਖੇ ਵਿਕਸੇ ਕਰ ਵਿਚਾਰ, ਨਿਰੰਕਾਰ ਸਭ ਵਿਚਾਰ ਕਰਕੇ ਸਭ ਦੀ ਸੰਭਾਲ ਕਰਦਾ ਹੈ ਅਤੇ ਖੁਸ਼ ਹੁੰਦਾ ਹੈ। ਨਾਨਕ ਕਥਨਾ ਕਰੜਾ ਸਾਰ, ਹੇ ਨਾਨਕ ਇਸ ਦਾ ਕਥਨ ਲੋਹੇ ਵਰਗਾ ਕਰੜਾ ਹੈ। ਜਤ ਪਹਾਰਾ ਧੀਰਜ ਸੁਨਿਆਰ, ਜਤ ਸਤ ਦੀ ਪੱਟ ਤੇ ਧੀਰਜ ਨੂੰ ਸੁਨਿਆਰਾ। ਅਹਿਰਨ ਮਤ ਵੇਦ ਹਥਿਆਰ, ਸਮਝ ਸੂਝ ਨੂੰ ਅਹਿਰਨ ਤੇ ਗਿਆਨ ਨੂੰ ਹਥੌੜਾ। ਪਉ ਖਲਾ ਅਗਨ ਤਪਤਾ, ਪ੍ਰਭੂ ਪਾਉ ਦੀ ਧੌਂਕਣੀ ਤੇ ਤਪ ਸਾਧਨਾ ਦੀ ਅਗਨੀ। ਭਾਂਡਾ ਪਾਓ ਅੰਮ੍ਰਿਤ ਦੀ ਢਾਰ, ਪ੍ਰੇਮ ਦਾ ਭਾਂਡਾ ਲੈ ਕੇ ਇਸ ਵਿੱਚ ਪਰਮਾਤਮਾ ਦੇ ਨਾਮ ਦੇ ਅੰਮ੍ਰਿਤ ਨੂੰ ਢਾਲੋ। ਘੜੀਏ ਸ਼ਬਦ ਸੱਚੀ ਟਕਸਾਲ, ਇੰਜ ਸੱਚੀ ਟਕਸਾਲ ਵਿੱਚ ਧਰਮੀ ਜੀਵਨ ਘੜਿਆ ਜਾਂਦਾ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਇਹ ਕੰਮ ਉਹਨਾਂ ਦਾ ਹੈ ਜਿਨ੍ਹਾਂ ਉੱਤੇ ਰੱਬੀ ਮਿਹਰ ਦੀ ਨਜ਼ਰ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਹੇ ਨਾਨਕ ਜਿਸ ਉੱਤੇ ਪਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ ਉਸ ਨੂੰ ਉਹ ਨਿਹਾਲ ਕਰ ਦਿੰਦਾ ਹੈ। ਸ਼ਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹਵਾ ਗੁਰੂ ਹੈ, ਪਾਣੀ ਪਿਤਾ ਤੇ ਧਰਤੀ ਵੱਡੀ ਮਾਤਾ ਹੈ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਦਿਨ ਤੇ ਰਾਤ ਦੋਵੇਂ ਖਿਡਾਵਾ ਹਨ, ਸਾਰਾ ਸੰਸਾਰ ਖੇਡ ਰਿਹਾ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਧਰਮ ਰਾਜ ਪ੍ਰਭੂ ਦੇ ਸਾਹਮਣੇ ਚੰਗਿਆਈਆਂ ਅਤੇ ਬੁਰਾਈਆਂ ਦੀ ਪੜਤਾਲ ਕਰਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਆਪਣੇ ਕਰਮਾਂ ਅਨੁਸਾਰ ਕੋਈ ਪ੍ਰਭੂ ਦੇ ਨੇੜੇ ਹਨ ਅਤੇ ਕੋਈ ਦੂਰ ਹੈ। ਜਿਨ੍ਹਾਂ ਨਾਮ ਤੇ ਆਇਆ ਗਏ ਮੁਸ਼ੱਕਤਕਾਰ, ਜਿਨ੍ਹਾਂ ਨੇ ਨਾਮ ਜਪਿਆ ਉਹ ਕਰੜੀ ਕਾਰਨਾਂ ਤੇ ਮਿਹਨਤ ਕਰ ਗਏ ਹਨ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਹੇ ਨਾਨਕ ਉਹਨਾਂ ਦੇ ਮੁਖ ਉਜਲੇ ਹਨ ਹੋਰ ਕਿੰਨੀ ਹੀ ਦੁਨੀਆ ਉਹਨਾਂ ਨਾਲ ਮਿਲ ਕੇ ਆਪਣੇ ਜਨਮ ਮਰਨ ਤੋਂ ਛੁੱਟ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।